ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਰੰਕਾਰ ਅਕਾਲ ਪੁਰਖ ਧੰਨ 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 ਗੁਰੂ ਨਾਨਕ ਸੱਚੇ ਪਾਤਸ਼ਾਹ, ਸੰਸਾਰ ਦੇ ਪ੍ਰਤਪਾਲਕ, ਸੰਸਾਰ ਦੇ ਦਾਤੇ, ਜਿਨ੍ਹਾਂ ਦੀ ਰਹਿਮਤ ਦਾ ਸਦਕਾ ਪਹਿਲਾ ਅਧਿਆਇ ਸਤਿਗੁਰਾਂ ਨੇ ਸੰਪੂਰਨ ਕਰਾਇਆ। ਹੁਣ ਦੂਸਰਾ ਜਿੱਥੋਂ ਆਪਾਂ ਸ਼ੁਰੂ ਕਰਨ ਲੱਗੇ ਹਾਂ, ਗੁਰੂ ਦੇ ਕੋਲੋਂ ਆਗਿਆ ਲੈ ਕੇ, ਗੁਰੂ ਦੇ ਮੂਹਰੇ ਬੇਨਤੀ ਕਰਕੇ, ਗੁਰੂ ਕੀ ਸੰਗਤ ਇਸ ਨੂੰ ਵੀ ਪ੍ਰਵਾਨ ਕਰ ਲਵੇ। ਗੁਰੂ ਸਿਰ ਤੇ ਹੱਥ ਰੱਖ ਕੇ ਆਪ ਹੀ ਇਸ ਦੇ ਅਰਥ ਕਰਵਾ ਲੈਣ, ਕਿਉਂਕਿ ਦਾਸ ਦੀ ਮੱਤ ਬਹੁਤ ਥੋੜੀ ਹੈ। ਮਾਲਕ ਨੇ ਇੰਨੀ ਵਿਦਵਾਨਗੀ ਵੀ ਨਹੀਂ ਦਿੱਤੀ, ਪਰ ਭਾਵਨਾ ਤਾਂ ਪ੍ਰੇਮ ਆਪ ਜੀ ਦਾ ਬਹੁਤ, ਆਪ ਜੀ ਦੀ ਸੇਵਾ ਕਰਨ ਦਾ ਬਹੁਤ ਦਿੱਤਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਹੁਣ ਸੁਣਨ ਦੀ ਗੱਲ ਕਰਦੇ ਨੇ, ਜਿੱਥੇ ਮਹਾਰਾਜ ਨੇ ਸਿੱਧਾ ਨੂੰ ਇਹ ਉਪਦੇਸ਼ ਦਿੱਤਾ, ਗਾਵੀਐ ਸੁਣੀਏ ਮਨ ਰੱਖੀਏ ਭਾਉ। ਕਹਿੰਦੇ ਜਿੱਥੇ ਤੁਸੀਂ ਉਹਨੂੰ ਗਾਉਂਦੇ ਹੋ ਉੱਥੇ ਸੁਣਨ ਦੀ ਵੀ ਆਦਤ ਪਾ ਲਓ ਤੇ ਅੰਦਰ ਪ੍ਰੇਮ ਦਾ ਚਿਰਾਗ ਜਗਾ ਲਓ। ਹੁਣ ਨਿਰੰਕਾਰ ਉਹਦੀ ਇੱਥੇ ਵਿਆਖਿਆ ਕਰਨਗੇ 4 ਪੌੜੀਆਂ ਦੇ ਵਿੱਚ ਸੁਣਨ ਦੀ। ਅੱਛਾ, ਇਸ ਦਾ ਜਿਹੜਾ ਬਚਨ ਹੈ ਇਹ ਹੈ ਸੁਣ ਐ। ਸੁਣ ਐ ਐੜੇ ਨੂੰ ਦਲਾਮਾਂ ਨੇ। ਇੱਥੋਂ ਇਹ ਅਨੁਭਵ ਹੁੰਦਾ ਹੈ ਕਿ ਮਹਾਰਾਜ ਕਹਿੰਦੇ ਜਿਸ ਜੀਵ ਚਰਨਾਂ ਦੇ ਵਿੱਚ ਨਿਰੰਕਾਰ ਦੇ ਆ ਗਿਆ ਤੇ ਉਸ ਨੇ ਸੁਣਨਾ ਸ਼ੁਰੂ ਕਰ ਦਿੱਤਾ, ਸੁਣਨ ਦੀ ਆਦਤ ਪਾ ਲਈ, ਸੁਣ ਕੇ ਹਿਰਦੇ ਦੇ ਵਿੱਚ ਵਸਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਕੀ ਕੀ ਪ੍ਰਾਪਤੀਆਂ ਸੰਸਾਰ ਦੇ ਉੱਤੇ ਹੁੰਦੀਆਂ ਨੇ, ਇਹ ਸਿੱਧਾਂ ਦੇ ਨਾਲ ਤੇ ਸੰਸਾਰ ਦੇ ਨਾਲ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਇਹਨਾਂ ਦੇ ਅਰਥ ਉਹ ਆਪ ਹੀ ਕਰਵਾ ਸਕਦਾ ਅੰਤਰਜਾਮੀ, ਕਿਉਂਕਿ ਗਾਧ ਬੋਧ ਬਾਣੀ ਹੈ। ਆਪਣੀ ਤਾਂ ਰੋਜ਼ ਇਹੀ ਅਰਦਾਸ ਹੁੰਦੀ ਹੈ, ਬੇਸਮਾਰ ਅਥਾ ਅਗਨਤ ਉਤੋਲੈ, ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ। ਇਹ ਨਿਰੰਕਾਰ ਸੁਰਤੀ ਤੇ ਵਸ ਕੇ ਗੁਰੂ ਕੀ ਸੰਗਤ ਦੀ ਸੇਵਾ ਕਰਨ ਦਾ ਬਲ ਬੁੱਧ ਤੇ ਸਮਰੱਥਾ ਬਖਸ਼, ਕਾਮ ਕ੍ਰੋਧ ਰੋਹ ਹੰਕਾਰ ਤੋਂ ਬਚਾ ਕੇ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼। ਸਤਿਗੁਰ ਸੱਚੇ ਪਾਤਸ਼ਾਹ, ਮੈਂ ਇੱਕ ਛੋਟੀ ਜਿਹੀ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਕੇ ਨਾਲ ਤੁਰ ਪੈਣਾ। ਇਹ ਸਾਖੀਆਂ ਜਿਹੜੀਆਂ ਨੇ ਇਹ ਕਈ ਬਹੁਤ ਸਿਆਣਿਆਂ ਨੇ ਜੋ ਕੁਛ ਲਿਖਿਆ ਹੈ, ਉਚਾਰਨ ਕੀਤਾ ਹੈ, ਉਹਦੇ ਵਿੱਚੋਂ ਲਈਆਂ ਨੇ। ਕੁਝ ਵਿਦਵਾਨਾਂ ਨੇ ਜੋ ਪਹਿਲਾਂ ਗੁਰੂ ਕੀ ਸੰਗਤ ਨਾਲ ਸਾਂਝੀਆਂ ਵੀ ਕੀਤੀਆਂ ਨੇ, ਉਹਨਾਂ ਦੇ ਵਿੱਚੋਂ ਨੇ, ਤੇ ਕੁਝ ਭਾਵਨਾ ਦੇ ਨਾਲ ਜੋ ਹਨ ਉਹਨਾਂ ਦੇ ਨਾਲ ਨੇ। ਸੋ ਇਸ ਕਰਕੇ ਜਿਹੜੇ ਬਚਨ ਆਪ ਜੀ ਨੇ ਪਹਿਲਾਂ ਸੁਣੇ ਵੀ ਹੋਣਗੇ, ਉਹੀ ਇਹਦੇ ਵਿੱਚ ਸ਼ਾਇਦ ਆਉਣਗੇ। ਆਪ ਨੇ ਕਿਰਪਾ ਕਰਨੀ, ਉਹਨਾਂ ਸਾਰਿਆਂ ਨੂੰ ਪ੍ਰਵਾਨ ਕਰ ਲੈਣਾ। ਜਿਨ੍ਹਾਂ ਨੇ ਸੁਣਿਆ, ਸੁਣ ਕੇ ਮੰਨਿਆ, ਮੰਨ ਕੇ ਫਿਰ ਉਹਨਾਂ ਨੂੰ ਪ੍ਰਾਪਤੀ ਕਿਹੜੀ ਹੋਈ। ਗੁਰੂ ਨਿਰੰਕਾਰ ਤੇ 10ਵੇਂ ਸਰੂਪ ਧੰਨ 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 ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ। ਇਹਦੂ ਜੋਤ ਦੇ 10ਵੇਂ ਘਟ, ਜੋਤ 오ਹਾ ਚੁਗਤ ਉਹੀ ਸਕਾਇਆ ਫੇਰ ਪਲਟਿਆ। ਨਿਰੰਕਾਰ ਸੱਚੇ ਪਾਤਸ਼ਾਹ ਜੀ ਇਹ ਜੋਤ ਜਿਸ ਵੇਲੇ 10ਵੇਂ ਘਟ ਦੇ ਵਿੱਚ ਆਈ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਅਨੇਕਾਂ ਤਰ੍ਹਾਂ ਦੇ ਜੀਵ ਆਇਆ ਕਰਦੇ ਸਨ। ਬੜੇ ਮਹਾ ਵਿਦਵਾਨ ਵੀ ਆਇਆ ਕਰਦੇ ਸਨ, ਤੇ ਜਿਹੜੇ ਦੂਸਰੇ ਧਰਮਾਂ ਦੇ ਆਪਣੇ ਆਪ ਨੂੰ ਉੱਚੇ ਸੁੱਚੇ ਖਵਾਉਣ ਵਾਲੇ ਸਨ, ਉਹ ਵੀ ਨਿਰੰਕਾਰ ਦੇ ਚਰਨਾਂ ਦੇ ਵਿੱਚ ਆਇਆ ਕਰਦੇ ਸਨ। ਇੱਥੇ ਪੀਰ ਬੁੱਧੂ ਸ਼ਾਹ ਜੀ ਆਏ ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲ। ਅੱਗੇ ਵੀ ਪਹਿਲਾਂ ਵੀ ਉਹਨਾਂ ਦੀ ਕਈ ਵਾਰ ਸਤਿਗੁਰਾਂ ਨਾਲ ਭੇਟ ਹੋ ਚੁੱਕੀ ਸੀ, ਸਤਿਗੁਰਾਂ ਨੂੰ ਬਹੁਤ ਵਾਰ ਮਿਲ ਚੁੱਕੇ ਸਨ, ਪਰ ਅੱਜ ਉਹਨਾਂ ਦਾ ਆਉਣਾ ਇੱਕ ਕਾਰਨ ਸੀ। 2000 ਮਰੀਦ ਨਾਲ ਨੇ ਉਹਨਾਂ ਦੇ, ਤੇ ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲ ਆਏ, ਆਣ ਕੇ ਨਮਸਕਾਰ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਉੱਤੇ, ਇਸ ਸਰਵੰਤ ਸਦਾਨੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਉਹਨਾਂ ਨੇ। ਆਣ ਕੇ ਆਪਣੇ ਆਪ ਨੂੰ ਪੀਰ ਖਵਾ ਰਹੇ ਨੇ, ਬੜੀ ਉੱਚੀ ਪਦਵੀ ਆ ਪੀਰਾਂ ਦੀ ਇਸਲਾਮ ਮਤ ਦੇ ਵਿੱਚ। ਤੇ ਉਸ ਤੋਂ ਉਪਰੰਤ ਆਖਣ ਲੱਗੇ
ਅਕਾਲ ਪੁਰਖ ਮੇਰੇ ਉੱਤੇ ਕਿਰਪਾ ਕਰੋ, ਮੇਰਾ ਇੱਕ ਸਵਾਲ ਹੈ, ਉਸ ਦਾ ਜਵਾਬ ਦਿਓ। ਮੇਰੇ ਉੱਤੇ ਰਹਿਮਤ ਕਰੋ, ਮੇਰੇ ਉੱਤੇ ਦਇਆ ਕਰੋ। ਸਤਿਗੁਰੂ ਆਖਣ ਲੱਗੇ, ਪੀਰ ਜੀ ਅੱਜ ਬੜੇ ਭਾਵੁਕ ਹੋਏ ਹੋ, ਕੀ ਗੱਲ ਹੈ? ਕਿਹੜਾ ਕੋਈ ਐਸਾ ਤੁਹਾਡੇ ਮਨ ਨੂੰ ਚਿੰਤਾ ਲੱਗੀ ਹੋਈ ਜਿਹਦੇ ਕਾਰਨ ਕਰਕੇ ਤੁਸੀਂ ਅੱਜ ਸਾਨੂੰ ਇਹ ਆਖ ਰਹੇ ਹੋ ਵੀ ਸਾਡੇ ਉੱਤੇ ਕਿਰਪਾ ਕਰੋ? ਤੁਹਾਡੇ ਉੱਤੇ ਤਾਂ ਪਹਿਲਾਂ ਹੀ ਕਿਰਪਾ ਬਹੁਤ ਹੈ। ਦੇਖੋ ਪੀਰ ਜੀ, ਤੁਹਾਡੇ ਨਾਲ 2000 ਮਰੀਦ ਨੇ, ਤੁਹਾਡੇ ਸੇਵਾਦਾਰ ਨੇ, ਹੱਥ ਜੋੜ ਕੇ ਖੜੇ ਨੇ ਤੁਹਾਡੇ ਹੁਕਮ ਦੇ ਇੰਤਜ਼ਾਰ ਦੇ ਵਿੱਚ। ਬੜਾ ਵੱਡਾ ਡੇਰਾ ਆਪ ਜੀ ਦਾ, ਪਰ ਫਿਰ ਵੀ ਤੁਸੀਂ ਇਸ ਤਰ੍ਹਾਂ ਅੱਜ ਕਿਉਂ ਮਾਯੂਸ ਹੋਏ ਹੋ? ਕਿਉਂ ਅੱਜ ਮਨ ਡਾਵਾਡੋਲ ਦੇ ਵਿੱਚ ਹੈ? ਤੇ ਪੀਰ ਜੀ ਨੇ ਬੇਨਤੀ ਕੀਤੀ, ਆਖਣ ਲੱਗੇ, ਸਤਿਗੁਰ ਸੱਚੇ ਪਾਤਸ਼ਾਹ ਜੀ, ਬਹੁਤ ਕੁਛ ਹੈ ਕੋਲ, ਸਭ ਕੁਛ ਉਸ ਅੱਲਾਹ ਤਾਲਾ ਨੇ, ਖੁਦਾ ਨੇ ਦਿੱਤਾ ਹੋਇਆ, ਪਰ ਇੱਕ ਚੀਜ਼ ਨਹੀਂ ਅਜੇ ਤੱਕ ਮੈਨੂੰ ਪ੍ਰਾਪਤ ਹੋਈ। ਮਾਲਕ ਆਖਣ ਲੱਗੇ, ਕਿਹੜੀ? ਕਹਿੰਦੇ, ਅਜੇ ਮੇਰੇ ਮਨ ਦੇ ਵਿੱਚ ਬਹੁਤ ਅਸ਼ਾਂਤ ਮੇਰਾ ਮਨ ਰਹਿੰਦਾ, ਸ਼ਾਂਤੀ ਨਹੀਂ ਆਈ, ਟਿਕਾ ਨਹੀਂ ਆਇਆ ਮਹਾਰਾਜ, ਆਨੰਦ ਨਹੀਂ ਆਇਆ। ਇਹ ਅਸ਼ਾਂਤ ਰਹਿੰਦਾ। ਸਤਿਗੁਰ ਸੱਚੇ ਪਾਤਸ਼ਾਹ ਜੀ, ਮੇਰੇ ਤੇ ਕਿਰਪਾ ਕਰੋ, ਮੈਨੂੰ ਇਸ ਮਨ ਨੂੰ ਆਨੰਦ ਦੇ ਵਿੱਚ ਲਿਆਉਣ ਦੀ ਕੋਈ ਯੁਕਤੀ ਦੱਸੋ, ਕੋਈ ਕਿਰਪਾ ਕਰੋ ਮੇਰੇ ਉੱਤੇ। ਸਤਿਗੁਰ ਸੱਚੇ ਪਾਤਸ਼ਾਹ ਨੇ ਪੀਰ ਜੀ ਉਹਨਾਂ ਦੇ ਚਿਹਰੇ ਵੱਲ ਦੇਖਿਆ ਕਿ ਅੱਜ ਬਿਲਕੁਲ ਸੱਚਮੁੱਚ ਭਿੱਜ ਕੇ ਹੀ ਇਹ ਬਚਨ ਕਰ ਰਹੇ ਨੇ। ਤੇ ਸਤਿਗੁਰ ਆਖਣ ਲੱਗੇ, ਪੀਰ ਜੀ ਤੁਹਾਡੇ ਉੱਤੇ ਬਹੁਤ ਕਿਰਪਾ ਹੈ, ਇਸ ਕਰਕੇ ਤੁਹਾਡਾ ਮਨ ਕਾਤੇ ਅਸ਼ਾਂਤ ਰਹਿੰਦਾ? ਆਖਣ ਲੱਗੇ, ਪਤਾ ਨਹੀਂ ਗੁਰੂ ਜੀ। ਸਤਿਗੁਰ ਆਖਣ ਲੱਗੇ, ਪੀਰ ਜੀ ਐਡਾ ਵੱਡਾ ਡੇਰਾ ਹੈ, ਇਹ ਜਿਹੜੇ ਤੁਹਾਡੇ 2000 ਮਰੀਦ ਨੇ ਤੁਹਾਡੇ ਨਾਲ, ਪਰ ਤੁਸੀਂ 5 ਨਵਾਜੀ ਵੀ ਹੋ। ਤੇ ਪੀਰ ਜੀ ਆਖਣ ਲੱਗੇ, ਬਿਲਕੁਲ ਸਤਿਗੁਰੂ ਜੀ, 5 ਨਵਾਜ਼ਾਂ ਵੀ ਅਦਾ ਕਰੀ ਦੀਆਂ। ਕੁਰਾਨ ਸ਼ਰੀਫ ਦੇ ਪਵਿੱਤਰ ਕਲਾਮ ਮੇਰੇ ਰਸਨਾਂ ਦੇ ਉੱਤੇ ਵਸ ਰਹੀ ਹੈ। ਇਹ ਜਿਹੜੇ ਮੇਰੇ ਮਰੀਦ ਨੇ ਜਾਂ ਸੇਵਾਦਾਰ ਨੇ, ਇਹਨਾਂ ਨੂੰ ਮੈਂ ਰੋਜ਼ ਇਸ ਕੁਰਾਨ ਸ਼ਰੀਫ ਦੀਆਂ ਆਇਤਾਂ ਦਾ ਤਰਜਮਾ ਕਰਕੇ ਵੀ, ਕਥਾ ਕਰਕੇ ਵੀ ਇਹਨਾਂ ਨੂੰ ਉਸ ਖੁਦਾ ਦੇ ਚਰਨਾਂ ਦੇ ਨਾਲ ਜੋੜਨ ਦਾ ਪੂਰਾ ਉਪਰਾਲਾ ਕਰਦਾ ਹਾਂ, ਪਰ ਮਨ ਬੜਾ ਅਸ਼ਾਂਤ ਰਹਿੰਦਾ। ਸਤਿਗੁਰੂ ਆਖਣ ਲੱਗੇ, ਪੀਰ ਜੀ ਅਸੀਂ ਇੱਕ ਬਚਨ ਕਹਾਂਗੇ ਆਪ ਜੀ ਨੂੰ, ਮੰਨ ਲਿਓ। ਤੇ ਅੱਖਾਂ ਹੱਥ ਜੋੜ ਕੇ ਖੜੇ ਨੇ ਪੀਰ ਜੀ, ਸਾਰੇ ਦੇਖ ਰਹੇ ਨੇ ਅੱਜ ਕੀ ਖੇਡ ਵਰਤਣ ਡਈ ਹੈ। ਤੇ ਸਤਿਗੁਰੂ ਆਖਣ ਲੱਗੇ, ਪੀਰ ਜੀ ਜੋ ਤੁਸੀਂ ਰੋਜ਼ ਇਸ ਸੰਸਾਰ ਨੂੰ ਸੁਣਾਉਂਦੇ ਹੋ, ਜੋ ਤੁਸੀਂ ਆਪਣੇ ਮਰੀਦਾਂ ਨੂੰ ਸੁਣਾਉਂਦੇ ਹੋ, ਅੱਜ ਤੋਂ ਉਹਨੂੰ ਆਪ ਸੁਣਨਾ ਸ਼ੁਰੂ ਕਰ ਦੇਵੋ। ਪੀਰ ਜੀ ਜੋ ਇਹਨਾਂ ਨੂੰ ਆਖ ਰਹੇ ਹੋ, ਆਪਣੇ ਆਪ ਨੂੰ ਆਖਣਾ ਸ਼ੁਰੂ ਕਰ ਦੇਵੋ। ਤਾਂ ਪੀਰ ਬੁੱਧੂ ਸ਼ਾਹ ਜੀ ਨੇ ਜਿਸਲੇ ਇਹ ਗੱਲ ਸੁਣੀ ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲੋਂ, ਆਖਣ ਲੱਗੇ 7 ਬਚਨ। ਤਾਂ ਪੀਰ ਜੀ ਨੇ ਉਸ ਦਿਨ ਤੋਂ ਲੈ ਕੇ ਆਪਣੇ ਆਪ ਨੂੰ, ਜੋ ਦੂਸਰਿਆਂ ਨੂੰ ਕੱਲ ਸੁਣਾਇਆ ਕਰਦੇ ਸਨ, ਆਪ ਸੁਣਨ ਲੱਗ ਪਏ। ਜਦੋਂ ਆਪ ਸੁਣਨ ਲੱਗ ਪਏ, ਉਹ ਤੋਂ ਬਾਅਦ ਬਹੁਤ ਵਾਰ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਲ ਇਹਨਾਂ ਦਾ ਮਿਲਾਪ ਹੋਇਆ। ਤੇ ਸਤਿਗੁਰਾਂ ਨੇ ਹਰ ਵੇਲੇ ਪੁੱਛ ਲੈਣਾ, ਪੀਰ ਜੀ ਕਿਸ ਤਰ੍ਹਾਂ ਹੋ? ਤੇ ਉਹਨਾਂ ਨੇ ਇਹੀ ਗੱਲ ਕਹਿਣੀ ਵੀ ਆਪ ਜੀ ਦੀ ਰਜ਼ਾ, ਆਪ ਜੀ ਦੇ ਹੁਕਮ ਤੇ ਆਪ ਜੀ ਦੀ ਮਿਹਰ ਦੇ ਨਾਲ ਮੇਰਾ ਜਿਹੜਾ ਮਨ ਹੈ ਹੁਣ ਉਹ ਸ਼ਾਂਤ ਰਹਿੰਦਾ ਹੈ, ਇਹ ਆਨੰਦ ਦੇ ਵਿੱਚ ਹੈ। ਭਾਈ ਇਹ ਸੁਣਨ ਦੇ ਵਿੱਚ ਏਡੀ ਵੱਡੀ ਤਾਕਤ ਹੈ। ਪਰ ਆ ਜਿਹੜਾ ਸੰਸਾਰ ਦੇ ਉੱਤੇ ਕਈ ਵਾਰੀ ਆਪਾਂ ਦੇਖਦੇ ਹਾਂ, ਸਾਨੂੰ ਸੁਣਾਉਣ ਦੀ ਆਦਤ ਜ਼ਿਆਦਾ, ਸੁਣਨ ਦੀ ਆਦਤ ਘੱਟ ਹੈ। ਇਸੇ ਕਰਕੇ ਮਾਲਕ ਨੇ ਉਹਨਾਂ ਨੂੰ ਪਹਿਲਾਂ ਆਖਿਆ ਵੀ ਗਾਵੀਏ ਸੁਣੀਏ, ਮਨ ਰੱਖੀਏ ਪਾਓ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਇੱਥੇ ਬਚਨ ਆਏਗਾ, ਸੁਣ ਐੜੇ ਨੂੰ ਦਲਾਵਾਂ ਨੇ। ਸੁਣਨ ਦੇ ਨਾਲ ਕੀ ਪ੍ਰਾਪਤੀ ਹੋ ਸਕਦੀ ਹੈ? ਇਹ ਨਹੀਂ ਮਹਾਰਾਜ ਨੇ ਆਖਿਆ ਵੀ ਸੁਣਨ ਦੇ ਨਾਲ ਆਹ ਪ੍ਰਾਪਤੀਆਂ ਹੋ ਗਈਆਂ ਨੇ ਕੀ ਹੋ ਸਕਦੀਆਂ ਨੇ। ਇਹ ਉਸ ਸਿੱਧਾਂ ਨੂੰ ਕਹਿਣ ਲੱਗੇ ਨੇ ਮਹਾਰਾਜ। ਤੇ ਸੰਸਾਰ ਨੂੰ ਵੀ ਇਹੀ ਗੱਲ ਮਹਾਰਾਜ ਸਮਝਾਉਂਦੇ ਨੇ। ਬੜਾ ਪ੍ਰੇਮ ਦੇ ਨਾਲ ਭਰਿਆ ਹੋਇਆ ਵਾ ਕਿ ਅਜੀਬ ਵਿਸਮਾਦ ਕਰਨ ਵਾਲਾ, ਹੈਰਾਨ ਕਰਨ ਵਾਲਾ ਨਿਰੰਕਾਰ ਸੱਚੇ ਪਾਤਸ਼ਾਹ ਨੇ ਗਿਆਨ ਦਿੱਤਾ, ਕਿੰਨੇ ਪ੍ਰੇਮ ਦੇ ਨਾਲ। ਕਿਤੇ ਵੀ ਤਰਕ ਨਹੀਂ ਤੁਹਾਨੂੰ ਮਿਲੇਗੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਮਹਾਰਾਜ ਸੱਚੇ ਦੂਸਰੇ ਧਰਮਾਂ ਵਾਲਿਆਂ ਨੂੰ ਤਰਕ ਕਰਨ ਵੀ ਨਹੀਂ, ਤੁਹਾਡਾ ਧਰਮ ਜਿਹੜਾ, ਇਹ ਜਿਹੜਾ ਧਰਮ ਸੱਚਾ ਨਹੀਂ ਹੈ।
ਪਰ ਮਾਲਕ ਆਪਣਾ ਜਿਹੜਾ ਕਲਾਮ ਹੈ, ਆਪਣੇ ਬਚਨ ਨੇ ਉਹਨਾਂ ਦੇ ਮੂਹਰੇ ਰੱਖਦੇ ਨੇ, ਔਰ ਇੰਨੇ ਪ੍ਰੇਮ ਨਾਲ ਰੱਖਦੇ ਨੇ ਕਿ ਸਾਰੇ ਮੰਨ ਹੀ ਲੈਂਦੇ ਨੇ। ਕਈ ਹੁਣ ਦੇ ਜ਼ਮਾਨੇ ਦੇ ਵਿੱਚ ਮੇਰੇ ਵਰਗੇ ਮਨਮਤੀਏ ਤੁਰੇ ਫਿਰਦੇ ਨੇ ਜਿਹੜੇ ਨਹੀਂ ਮੰਨਦੇ, ਪਰ ਸਾਰੇ ਸਤਿਗੁਰ ਦੇ ਬਚਨ ਮੰਨ ਲੈਂਦੇ ਨੇ। ਹੁਣ ਕਹਿੰਦੇ ਨੇ ਸੁਣ ਐ ਸਿੱਧ ਪੀਰ ਸੁਰਨਾਥ, ਸਿੱਧੋ ਆ ਤੁਸੀਂ ਜਿਹੜੀਆਂ ਪਦਵੀਆਂ ਹਾਸਲ ਕੀਤੀਆਂ ਨੇ, ਰਿੱਧੀਆਂ ਸਿੱਧੀਆਂ ਹਾਸਲ ਕੀਤੀਆਂ ਨੇ, ਵੱਡੀਆਂ ਵੱਡੀਆਂ ਉਮਰਾਂ ਆਪ ਜੀ ਨੇ ਵਧਾਈਆਂ ਹੋਈਆਂ ਨੇ। ਕਹਿੰਦੇ ਕੋਈ ਆਮ ਜੀਵ ਸੁਣਨ ਦੀ ਆਦਤ ਪਾ ਲਵੇ ਤਾਂ ਇਹ ਦਿਨਾਂ ਦੇ ਵਿੱਚ ਹੀ ਪ੍ਰਾਪਤ ਕਰ ਲੈਣਗੇ। ਉਹਨਾਂ ਨੂੰ ਤੁਹਾਡੀਆਂ ਪਦਵੀਆਂ, ਸਿੱਧਾਂ ਦੀਆਂ, ਪੀਰਾਂ ਦੀਆਂ ਪਦਵੀਆਂ, ਸੁਰ ਕਹਿੰਦੇ ਨੇ ਦੇਵਤਿਆਂ ਨੂੰ, ਤੇ ਨਾਥ ਜਿਹੜੇ ਕਿ ਗੋਰਖਨਾਥ ਆਪਣੇ ਆਪ ਨੂੰ ਗੁਰੂ ਬਣਾ ਕੇ ਬੈਠੇ ਨੇ, ਇਹ ਇਹਨਾਂ ਦਾ ਇੱਕ ਫਿਰਕਾ ਸੀ। ਕਹਿੰਦੇ ਇਹ ਪਦਵੀਆਂ ਉਹਨਾਂ ਨੂੰ ਸੁਣਨ ਦੇ ਨਾਲ ਹੀ ਹਾਸਲ ਹੋ ਸਕਦੀਆਂ ਨੇ। ਸੁਣ ਐ ਧਰਤ ਤਵਲੇ ਆਕਾਸ਼, ਕਹਿੰਦੇ ਸੁਣਨ ਦੇ ਨਾਲ ਹੀ ਉਸ ਜੀਵ ਨੂੰ ਇਹ ਧਰਤੀ ਦਾ ਤੇ ਧਵਲਾ ਬੋਲਦ ਜਿਹਦੇ ਸਿੰਘਾਂ ਤੇ ਧਰਤੀ ਖੜੀ ਹੋਈ ਹੈ ਤੇ ਆਕਾਸ਼ ਇਹਦਾ ਗਿਆਨ ਹੋ ਜਾਏਗਾ। ਸੁਣ ਐ ਦੀਪ ਲੋ ਪਾਤਾਲ, ਕਹਿੰਦੇ ਨੇ ਵੀ ਸੁਣ ਦੇ ਨਾਲ ਦੀਪ, ਦੀਪ ਇਹ ਜਿਹੜਾ ਗੈਲੈਕਸੀ ਆ, ਤਾਰੇ ਜਿਹੜੇ ਨੇ ਉਹਨਾਂ ਨੂੰ ਵੀ ਆਖਿਆ ਹੈ। ਲੋ ਲੋਕ ਆ ਧਰਤੀ, ਪਤਾਲ ਸਮੁੰਦਰ ਦਾ ਪਾਣੀ ਜਿਸ ਧਰਤੀ ਦੇ ਉੱਤੇ ਟਿਕਿਆ ਹੋਇਆ ਉਸ ਨੂੰ ਪਤਾਲ ਆਖਿਆ। ਕਹਿੰਦੇ ਉਹਦਾ ਗਿਆਨ ਸੁਣਨ ਦੇ ਨਾਲ ਹੀ ਹੋ ਜਾਂਦਾ ਹੈ। ਸੁਣ ਐ ਪੋਹੇ ਨਾ ਸਕੇ ਕਾਲ, ਕਹਿੰਦੇ ਸੁਣਨ ਦੇ ਨਾਲ ਜਿਸ ਨੂੰ ਸੁਣਨ ਦੀ ਆਦਤ ਪੈ ਗਈ, ਉਹ ਵਾਹਿਗੁਰੂ ਦਾ ਨਾਮ, ਪਵਿੱਤਰ ਨਾਮ ਸੁਣਨ ਦੀ ਆਦਤ ਪੈ ਗਈ। ਕਹਿੰਦੇ ਫਿਰ ਜਿਹੜਾ ਕਾਲ ਹੈ, ਕਾਲ ਮੌਤ ਦਾ ਫਰਿਸ਼ਤਾ, ਉਹ ਵੀ ਆਣ ਕੇ ਉਸ ਨੂੰ ਡਰਾ ਨਹੀਂ ਸਕੇਗਾ, ਉਹ ਵੀ ਉਹਦੇ ਲਾਗੇ ਨਹੀਂ ਆਏਗਾ। ਨਾਨਕ ਭਗਤਾ ਸਦਾ ਵਿਗਾਸ, ਨਿਰੰਕਾਰ ਕਹਿੰਦੇ ਨੇ ਉਹ ਪਤੀ ਪ੍ਰਮਾਤਮਾ ਅਕਾਲ ਪੁਰਖ ਸੱਚੇ ਪਾਤਸ਼ਾਹ ਜੀਓ ਸਦਾ ਹੀ ਆਪਣੇ ਭਗਤਾਂ ਦੇ ਉੱਤੇ ਕਿਰਪਾ ਹੀ ਕਰਦੇ ਨੇ, ਕਿਰਪਾ ਕਰ ਦਿੰਦੇ ਨੇ, ਵਿਗਾਸ ਖੁਸ਼ ਰਹਿੰਦੇ ਨੇ। ਸੁਣ ਐ ਦੁੱਖ ਪਾਪ ਕਾ ਨਾਸ, ਕਹਿੰਦੇ ਸੁਣ ਦੇ ਨਾਲ ਦੁੱਖਾਂ ਪਾਪਾਂ ਦਾ ਨਾਸ ਇੱਕਦਮ ਕਰ ਦਿੰਦੇ ਨੇ। ਏਡੀ ਤਾਕਤ ਹੈ ਸੁਣਨ ਦੇ ਵਿੱਚ। ਸੁਣ ਐ ਈਸ਼ਰ ਬ੍ਰਹਮਾ ਇੰਦ, ਕਹਿੰਦੇ ਸੁਣ ਦੇ ਨਾਲ ਹੀ ਈਸ਼ਰ ਕਹਿੰਦੇ ਨੇ ਸ਼ਿਵ ਨੂੰ, ਕਹਿੰਦੇ ਸ਼ਿਵ ਵਰਗਿਆਂ ਦੀਆਂ ਪਦਵੀਆਂ, ਬ੍ਰਹਮਾ ਦੀਆਂ ਪਦਵੀਆਂ, ਇੰਦਰ ਦੇਵਤਾ ਸਵਰਗਾਂ ਦਾ ਮੁਖੀਆ, ਕਹਿੰਦੇ ਇਹ ਪਦਵੀਆਂ ਸੁਣਨ ਦੇ ਨਾਲ ਹੀ ਉਸ ਜੀਵ ਨੂੰ ਪ੍ਰਾਪਤ ਹੋ ਜਾਂਦੀਆਂ ਨੇ। ਵਾਹਿਗੁਰੂ ਦਾ ਨਾਮ ਸੁਣਨ ਦੇ ਨਾਲ ਹੀ ਸਿਰਫ। ਸੁਣ ਐ ਮੁਖ ਸਲਾਹਣਮੰਦ, ਕਹਿੰਦੇ ਸੁਣਨ ਦੇ ਨਾਲ ਜਿਹੜਾ ਕੱਲ ਪਰਮਾਤਮਾ ਨੂੰ ਅਕਾਲ ਪੁਰਖ ਨੂੰ ਮੰਦਾ ਆਖ ਰਿਹਾ ਸੀ, ਜਿਹੜਾ ਕੱਲ ਉਹਨਾਂ ਨੂੰ ਤਾਨੇ ਦੇ ਰਿਹਾ ਸੀ, ਕਿਤੇ ਕਹਿੰਦੇ ਉਹ ਆਪਣੀ ਸੁਣਨ ਦੀ ਆਦਤ ਵੀ ਪਾ ਲਵੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਐਸੇ ਗੁਣਾਂ ਦੇ ਖਜ਼ਾਨੇ ਦੇ ਦਿੰਦੇ ਨੇ। ਬਸ ਉਹ ਵੀ ਬਸ ਇਹ ਸਭ ਮੰਦੇ ਕਾਰਜ ਛੱਡ ਕੇ, ਮੰਦਾ ਕਹਿਣਾ ਛੱਡ ਕੇ ਸਿਫਤ ਸਲਾਹ ਦੇ ਵਿੱਚ ਜੁੜ ਜਾਂਦਾ ਹੈ। ਸੁਣ ਐ ਜੋਗ ਜੁਗਤ ਤਨ ਭੇਦ, ਕਹਿੰਦੇ ਸੁਣਨ ਦੇ ਨਾਲ ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਕੀ ਕਿਰਪਾ ਹੁੰਦੀ ਹੈ। ਸੁਣਿਆ ਜੋਗ ਜੁਗਤ ਤਨ ਭੇਦ, ਕਹਿੰਦੇ ਇਹ ਜਿਹੜਾ ਸਰੀਰ ਹੈ, ਇਸ ਸਰੀਰ ਨੂੰ ਇਹ ਜਿਹੜੇ ਜੋਗੀਆਂ ਦੇ 84 ਆਸਨ ਨੇ ਉਹਨਾਂ ਦਾ ਗਿਆਨ ਹੋ ਜਾਂਦਾ। ਸੁਣ ਐ ਸਾਸਤ ਸਿਮਰਤ ਵੇਦ, ਕਹਿੰਦੇ ਸੁਣ ਦੇ ਨਾਲ ਸ਼ਸਤਰਾਂ ਦਾ, ਸਿਮਰਤੀਆਂ ਦਾ ਤੇ ਵੇਦਾਂ ਦਾ ਗਿਆਨ ਹੋ ਜਾਂਦਾ ਜੀਵ ਨੂੰ। ਸੁਣ ਦੇ ਨਾਲ ਇੰਨਾ ਗਿਆਨ ਹੋ ਸਕਦਾ ਹੈ। ਨਾਨਕ ਭਗਤਾ ਸਦਵਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਕਹਿੰਦੇ ਗੁਰੂ ਨਿਰੰਕਾਰ ਕਹਿੰਦੇ ਨੇ ਜਿਹੜਾ ਅਕਾਲ ਪੁਰਖ ਹੈ ਉਹ ਤਾਂ ਹਰ ਵੇਲੇ ਆਪਣੇ ਭਗਤਾਂ ਦੇ ਉੱਤੇ, ਆਪਣੇ ਪਿਆਰਿਆਂ ਦੇ ਉੱਤੇ ਰਹਿਮਤ ਕਰਦਾ ਹੀ ਹੈ ਤੇ ਉਹਨਾਂ ਦੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੀ ਕਰੀ ਜਾਂਦਾ, ਟਾਈਮ ਵੀ ਨਹੀਂ ਲਾਉਂਦਾ। ਮਹਾਰਾਜ ਜਿਸ ਵੇਲੇ ਇਹ ਗੱਲ ਕਹਿੰਦੇ ਨੇ ਨਾਲ ਕਹਿੰਦੇ ਨੇ ਹੁਣ ਗਾਹਾਂ ਹੋਰ ਕੀ ਪ੍ਰਾਪਤੀ ਹੋਏਗੀ ਜੇ ਸੁਣਨ ਦੀ ਆਦਤ ਪਾ ਲਈਏ। ਸੁਣਿਆ ਸਤ ਸੰਤੋਖ ਗਿਆਨ, ਕਹਿੰਦੇ ਸੁਣਨ ਦੇ ਨਾਲ ਹੀ ਸਤ ਵਾਲਾ ਜੀਵਨ, ਸੱਚ ਵਾਲਾ ਜੀਵਨ ਸਾਨੂੰ ਨਸੀਬ ਹੋ ਜਾਂਦਾ ਹੈ। ਸੰਤੋਖ ਵਾਲਾ ਜੀਵਨ ਨਸੀਬ ਹੋ ਜਾਂਦਾ।
ਸਤ ਤੇ ਸੰਤੋਖ ਦਾ ਗਿਆਨ ਪ੍ਰਗਟ ਹੋ ਜਾਂਦਾ ਸੁਣਨ ਦੇ ਨਾਲ। ਸਤ ਕਹਿੰਦੇ ਨੇ ਜਿਸ ਨੇ ਸਾਰੇ ਉਹ ਵਿਕਾਰ ਜਿਹੜੇ ਸਾਨੂੰ ਦੁੱਖ ਪਹੁੰਚਾਉਂਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰ ਲਿਆ, ਉਹਨਾਂ ਤੋਂ ਛੁਟਕਾਰਾ ਪਾ ਲਿਆ, ਸੰਜਮ ਵਾਲਾ ਜੀਵਨ ਬਣ ਗਿਆ ਉਹਨਾਂ ਦਾ। ਉਹ ਫਿਰ ਉੱਚਾ ਸੁੱਚਾ। ਤੇ ਦੂਸਰਾ ਸਤ, ਜਤ ਸਤ ਵੀ ਆਪਾਂ ਕਹਿੰਦੇ ਆ, ਜਿਹੜਾ ਉਹ ਜਿਹੜੇ ਇਹ ਕਾਮ ਵਾਸ਼ਨਾਵਾਂ ਨੇ ਉਹਨਾਂ ਨੂੰ ਜਿਹੜੇ ਰੋਕ ਲਿਆ, ਉਹਨੂੰ ਵੀ ਆਪਾਂ ਸਤ ਵਾਲਾ ਜੀਵਨ ਕਹਿੰਦੇ ਹਾਂ, ਜਤ ਵਾਲਾ ਕਹਿੰਦੇ ਹਾਂ। ਸਤ ਉੱਚਾ ਤੇ ਸੁੱਚਾ ਜੀਵਨ ਦਾ ਤੇ ਸੰਤੋਖ ਦਾ ਗਿਆਨ ਸੁਣਨ ਦੇ ਨਾਲ ਹੀ ਪ੍ਰਾਪਤ ਹੋ ਜਾਏਗਾ। ਸੁਣ ਐ 68 ਕਾ ਇਸ਼ਨਾਨ, ਕਹਿੰਦੇ ਸੁਣਨ ਦੇ ਨਾਲ ਹੀ ਉਹ ਠਾਠਾਂ ਤੀਰਥਾਂ ਦੇ ਇਸ਼ਨਾਨ ਕਰ ਸਕਦਾ, ਜਿੰਨੀ ਵਾਰੀ ਉਹਦਾ ਚਿੱਤ ਕਰੇ ਕਰ ਸਕਦਾ। ਸੁਣ ਐ ਪੜ ਪੜ ਪਾਵੇ ਮਾਨ, ਕਹਿੰਦੇ ਸੁਣਨ ਦੇ ਨਾਲ ਤੇ ਫਿਰ ਉਹ ਤੋਂ ਬਾਅਦ ਜਿਹੜੇ ਧਰਮ ਦੇ ਗ੍ਰੰਥ ਉਹ ਪੜ੍ਹੇਗਾ, ਉਹਨਾਂ ਦੇ ਵਿੱਚੋਂ ਜਿਹੜਾ ਗਿਆਨ ਉਹ ਹਾਸਲ ਹੋਏਗਾ, ਉਹਦੀ ਮੱਤ ਬਹੁਤ ਉੱਚੀ ਹੋ ਜਾਏਗੀ। ਉਹ ਉੱਚ ਕੋਟੀ ਦਾ ਪੰਡਿਤ ਬਣ ਜਾਵੇਗਾ, ਗਿਆਨੀ ਬਣ ਜਾਵੇਗਾ। ਫਿਰ ਇਸ ਸੰਸਾਰ ਤੇ ਉਹਨੂੰ ਮਾਨ ਪ੍ਰਾਪਤ ਹੋਵੇਗਾ ਸੁਣਨ ਦੇ ਨਾਲ। ਸੁਣ ਐ ਲਾਗੇ ਸਹਿਜ ਧਿਆਨ, ਕਹਿੰਦੇ ਸੁਣਨ ਦੇ ਨਾਲ ਹੀ ਉਹ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਅਟੁੱਟ ਧਿਆਨ, ਅਡੋਲਤਾ ਵਾਲਾ ਧਿਆਨ ਜਿਹੜਾ ਹੈ ਉਹ ਜੁੜ ਜਾਂਦਾ। ਫਿਰ ਜਿਹੜਾ ਮਨ ਹੈ ਉਹ ਕਿਸੇ ਪਾਸੇ ਭਟਕਦਾ ਨਹੀਂ, ਉਹ ਮਨ ਫਿਰ ਨਿਰੰਕਾਰ ਦੇ ਚਰਨਾਂ ਦੇ ਨਾਲ ਹੀ ਜੁੜਿਆ ਰਹਿੰਦਾ। ਅਡੋਲਤਾ ਦੇ ਵਿੱਚ ਇਹ ਧਿਆਨ ਲੱਗਣ ਲੱਗ ਪੈਂਦਾ ਹੈ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਨਿਰੰਕਾਰ ਆਪਣੇ ਭਗਤਾਂ ਤੇ ਸਦਾ ਮਿਹਰ ਕਰਦੇ ਨੇ ਔਰ ਰਹਿਮਤ ਕਰਦੇ ਨੇ। ਤਾਂ ਕਹਿੰਦੇ ਦੁੱਖਾਂ ਤੇ ਪਾਪਾਂ ਦਾ ਨਾਸ ਕਰੀ ਜਾਂਦੇ ਨੇ, ਦੁੱਖ ਪਾਪ ਨਾਸ ਲਾਗੇ ਵੀ ਨਹੀਂ ਆਉਂਦੇ। ਸੁਣਿਆ ਸਰਾਂ ਗੁਣਾ ਕੇ ਗਾਹਾ, ਕਹਿੰਦੇ ਨੇ ਜਿੱਥੇ ਕਿ ਸੁਣਿਆ ਸਰਾਂ ਗੁਣਾ ਕੇ ਗਾਹਾ ਦੀ ਗੱਲ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੇ, ਉਹ ਨਾਲ ਇਹ ਗੱਲ ਕਹਿ ਰਹੇ ਨੇ ਕਿ ਜਿਹੜੇ ਜਿੰਨੇ ਵੀ ਗੁਣ ਨੇ ਉਹਨਾਂ ਦੀ ਗੁਣਾ ਦਾ ਗਿਆਨ ਉਸ ਨੂੰ ਹੋ ਜਾਂਦਾ। ਸਰਾਂ ਗੁਣਾ ਕੇ ਗਾਹਾ, ਸਾਰੇ ਗੁਣਾਂ ਦਾ ਉਸ ਜੀਵ ਨੂੰ ਅੰਦਾਜ਼ਾ ਹੋ ਜਾਂਦਾ ਹੈ। ਸਦਾ ਉਹਦੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਖੜਾਓ ਬਣਿਆ ਰਹਿੰਦਾ, ਸਾਰੇ ਗੁਣਾਂ ਦਾ ਉਹਨੂੰ ਗਿਆਨ ਹੋ ਜਾਂਦਾ। ਅਕਾਲ ਪੁਰਖ ਦੇ ਸਾਰੇ ਗੁਣਾਂ ਦਾ ਗਿਆਨ ਹੋ ਜਾਂਦਾ ਸੁਣਨ ਦੇ ਨਾਲ। ਸੁਣ ਐ ਸੇਖ ਪੀਰ ਪਾਤਸ਼ਾਹਾਂ, ਕਹਿੰਦੇ ਸੁਣਨ ਦੇ ਨਾਲ ਹੀ ਸ਼ੇਖਾਂ ਵਾਲੀਆਂ ਪਦਵੀਆਂ, ਪੀਰਾਂ ਵਾਲੀਆਂ ਪਦਵੀਆਂ, ਇੱਥੇ ਤੱਕ ਪਾਤਸ਼ਾਹ ਵਾਲੀਆਂ ਪਦਵੀਆਂ ਉਸ ਨੂੰ ਨਸੀਬ ਹੋ ਜਾਂਦੀਆਂ ਨੇ। ਸ਼ੇਖ ਉਹਨੂੰ ਕਹਿੰਦੇ ਨੇ ਜਿਹੜੇ ਬਹੁਤ ਵੱਡੇ ਧਨਾੜ, ਅੱਜ ਵੀ ਜਦੋਂ ਤੁਸੀਂ ਮਿਡਲ ਈਸਟ ਦੇ ਵਿੱਚ ਦੇਖਦੇ ਹੋ ਜਿਹੜੇ ਸਰਮਾਏਦਾਰ ਵਾਲੇ ਵੱਡੇ ਵੱਡੇ ਨੇ, ਉਹਨਾਂ ਸਾਰਿਆਂ ਨੂੰ ਸ਼ੇਖਾਂ ਦੇ ਨਾਮ ਤੋਂ ਹੀ ਯਾਦ ਕੀਤਾ ਜਾਂਦਾ ਹੈ। ਗਾਂ ਇੱਕ ਜਗ੍ਹਾ ਤੇ ਸ਼ੇਖਾਂ ਨੂੰ ਇੱਥੇ ਗੁਰੂ ਨੇ ਗਿਆਨ ਵੀ ਦੇਣਾ ਹੈ। ਤੇ ਪੀਰ, ਇਹ ਜਿਹੜਾ ਇਸਲਾਮ ਮਤ ਹੈ, ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਉੱਚੇ ਤੇ ਸੁੱਚੇ ਜਿਨ੍ਹਾਂ ਨੂੰ ਕਿਹਾ ਗਿਆ ਹੈ, ਜਿੱਦਾਂ ਆਪਾਂ ਬ੍ਰਹਮ ਗਿਆਨੀ, ਇਹ ਉਹਨਾਂ ਨੂੰ ਕਲੰਦਰ ਕਹਿੰਦੇ ਨੇ। ਕਲੰਦਰ ਤੋਂ ਥੱਲੇ ਜਿਹੜੇ ਆਉਂਦੇ ਨੇ ਉਹ ਹੁੰਦੇ ਨੇ ਪੀਰ, ਜਿੱਦਾਂ ਆਪਾਂ ਸਾਧੂ ਸੰਤ ਜਿਨ੍ਹਾਂ ਨੂੰ ਕਹਿ ਦਿੰਦੇ ਹਾਂ। ਉਹ ਜਿਹੜੇ ਪੀਰ ਨੇ, ਜਿੱਦਾਂ ਪੀਰ ਭੀਖਣ ਸ਼ਾਹ ਜੀ, ਪੀਰ ਬੁੱਧੂ ਸ਼ਾਹ ਜੀ ਤੇ ਪੀਰ ਸਾਈਂ ਮੀਆਂ ਮੀਰ ਜੀ, ਇਹ ਸਾਰੇ ਪੀਰਾਂ ਦੀਆਂ ਪਦਵੀਆਂ ਇਹਨਾਂ ਨੇ ਪ੍ਰਾਪਤ ਕੀਤੀਆਂ ਨੇ, ਜਿਨ੍ਹਾਂ ਦੇ ਨਾਲ ਅਨੇਕਾਂ ਮੁਰੀਦ, ਅਨੇਕਾਂ ਸੇਵਾਦਾਰ ਤੁਰੇ ਫਿਰਦੇ ਨੇ। ਪਰ ਕਹਿੰਦੇ ਪੀਰਾਂ ਵਾਲੀਆਂ ਉਹਨਾਂ ਨੂੰ ਪਦਵੀਆਂ ਹਾਸਲ ਹੋ ਜਾਂਦੀਆਂ ਨੇ। ਪੀਰਾਂ ਤੋਂ ਥੱਲੇ ਆਉਂਦੇ ਨੇ ਕਾਜੀ, ਕਾਜੀ ਤੋਂ ਥੱਲੇ ਆਉਂਦੇ ਨੇ ਮੁਲਾਣੇ, ਮੁੱਲਾ, ਤੇ ਜਿਹੜੇ ਫਿਰ ਇੱਥੇ ਮਸੀਤ ਦੇ ਵਿੱਚ ਗ੍ਰੰਥੀ ਦੇ ਤੌਰ ਤੇ ਜਾਂ ਜਾਣੀ ਕਿ ਮੌਲਵੀ ਦੇ ਤੌਰ ਤੇ ਕੰਮ ਕਰਦੇ ਨੇ, ਉਹ ਆਉਂਦੇ ਨੇ। ਸੁਣੇ ਅੰਧੇ ਪਾਵੇ ਰਾਹੋ, ਕਹਿੰਦੇ ਸੁਣ ਦੇ ਨਾਲ ਅਗਿਆਨੀ ਬੰਦਾ ਮਹਾਗਿਆਨੀ ਬਣ ਜਾਂਦਾ। ਅੰਧੇ ਇੱਥੇ ਅਗਿਆਨੀ ਨੂੰ ਕਿਹਾ ਜਿਹੜਾ ਕਿ ਪ੍ਰਮਾਤਮਾ ਦੇ ਦੱਸੇ ਮਾਰਗ ਨੂੰ ਛੱਡ ਚੁੱਕਿਆ ਹੈ। ਉਸ ਨੂੰ ਅੰਧਾ ਕਿਹਾ ਜਿਹਦੇ ਅੱਖਾਂ ਦੇ ਉੱਤੇ, ਜਿਹਦੇ ਕੋਲ ਅੱਖਾਂ ਨਹੀਂ ਉਹਨੂੰ ਨਹੀਂ ਆਖਿਆ ਇੱਥੇ ਮਹਾਰਾਜ ਨੇ। ਕਹਿੰਦੇ ਸੁਣਨ ਦੇ ਨਾਲ ਇਹ ਅਗਿਆਨੀ ਬੰਦਾ ਜਿਹੜਾ ਹੈ, ਗੁਰੂ ਉਹਨੂੰ ਸੁਣਨ ਦੇ ਨਾਲ ਪਵਿੱਤਰ ਰਾਸਤੇ, ਸਹੀ ਰਾਸਤੇ ਤੇ ਤੋਰ ਦਿੰਦਾ। ਸੁਣਿਆ ਹਾਥ ਹੋਵੇ ਅਸਗਾਹੋ, ਅਸਗਾਹੋ ਕਹਿੰਦੇ ਨੇ ਡੂੰਘੀ ਤੋਂ ਡੂੰਘੀ ਚੀਜ਼ ਦਾ ਗਿਆਨ। ਅਸਗਾਹੋ, ਜਿਸ ਵੇਲੇ ਅਸਗਾਹੋ ਦੀ ਗੱਲ ਆਪਾਂ ਕਰਾਂਗੇ
ਉਸ ਨੇ ਨਿਰੰਕਾਰ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨਗੇ, ਸਾਨੂੰ ਦੱਸਣਗੇ ਡੂੰਘਾ ਸਮੁੰਦਰ ਤੇ ਜਾਂ ਡੂੰਘਾ ਸੰਸਾਰ। ਕਹਿੰਦੇ ਸੁਣਨ ਦੇ ਨਾਲ ਉਹਨੂੰ ਸਮੁੰਦਰ ਮਾਪਣ ਦਾ ਗਿਆਨ ਹੋ ਜੂ, ਉਹਨੂੰ ਇਸ ਸੰਸਾਰ ਦਾ ਗਿਆਨ ਹੋ ਜੂ ਵੀ ਇਹਦੇ ਵਿੱਚ ਮਾੜਾ ਕੀ ਹੈ ਚੰਗਾ ਕੀ ਹੈ। ਹੁਣ ਜਦੋਂ ਇਹਨੂੰ ਥੋੜਾ ਜਿਹਾ ਆਪਾਂ ਹੋਰ ਭਾਵਨਾ ਨਾਲ ਦੇਖਾਂਗੇ ਕਿ ਸੁਣਨ ਵਾਲੇ ਦੀ ਮੱਤ ਇੰਨੀ ਉੱਚੀ ਸੁੱਚੀ ਨਿਰੰਕਾਰ ਕਰ ਦੇਣਗੇ ਕਿ ਉਹ ਹਰ ਵੇਲੇ ਸੁਚੇਤ ਰਹੇਗਾ, ਵੱਡੀ ਤੋਂ ਵੱਡੀ ਮੁਸੀਬਤ ਦਾ ਵੀ ਸਾਹਮਣਾ ਅਕਾਲ ਪੁਰਖ ਦੇ ਮੂਹਰੇ ਅਰਦਾਸ ਕਰਕੇ ਉਸ ਮੁਸੀਬਤ ਦਾ ਸਾਹਮਣਾ ਕਰ ਲੇਗਾ। ਵੱਡੀ ਤੋਂ ਵੱਡੀ ਮੁਸ਼ਕਲ ਵਾਲੇ ਪਹਾੜ ਨੂੰ ਉਹ ਢਾਹ ਦੇਵੇਗਾ। ਏਡਾ ਉਹ ਸੁਚੇਤ ਉੱਚਾ ਸੁੱਚਾ ਉਸ ਦਾ ਜਿਹੜਾ ਮਸਤਕ ਹੈ, ਜਿਹੜਾ ਉਸ ਦੀ ਸੋਚਣ ਸ਼ਕਤੀ ਹੈ, ਚੇਤਨਾ ਹੈ, ਬਣ ਜਾਏਗੀ। ਨਾਨਕ ਭਗਤਾ ਸਦਾ ਵਿਗਾਸ, ਸੁਣ ਐ ਦੁਖ ਪਾਪ ਕਾ ਨਾਸ। ਗੁਰੂ ਨਿਰੰਕਾਰ ਆਪਣੇ ਭਗਤਾਂ ਦੇ ਉੱਤੇ ਸਦਾ ਹੀ ਦਿਆਲਤਾ ਬਣਾਈ ਰੱਖਦੇ ਨੇ, ਦੁੱਖਾਂ ਦਾ ਤੇ ਪਾਪਾਂ ਦਾ ਨਾਸ ਕਰਦੇ ਜਾਂਦੇ ਨੇ। ਇਹ ਗੁਰਮੁਖ ਪਿਆਰਿਓ 4 ਪੌੜੀਆਂ ਸਨ ਸੁਣਨ ਦੀਆਂ, ਵੀ ਸੁਣਨ ਦੇ ਨਾਲ ਸਾਨੂੰ ਕੀ ਪ੍ਰਾਪਤ ਹੋ ਸਕਦਾ। ਜਿੱਦਾਂ ਮਾਲਿਕ ਕਹਿੰਦੇ ਜਿਨ੍ਹਾਂ ਨੂੰ ਜੇ ਸੁਣਨ ਦੇ ਨਾਲ ਹੀ ਸਿੱਧਾ ਪੀਰਾਂ ਤੇ ਆ ਜਿਹੜੇ ਦੇਵਤੇ ਨੇ ਨਾਥ ਇਹਨਾਂ ਦੀਆਂ ਪਦਵੀਆਂ ਦਾ ਗਿਆਨ ਹੋ ਜਾਂਦਾ, ਦੀਪ ਲੋ ਪਤਾਲ ਦਾ ਗਿਆਨ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਸੁਣਨ ਦੇ ਨਾਲ ਸਾਰੇ ਦੁੱਖਾਂ ਦੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਸੁਣਨ ਦੇ ਨਾਲ ਹੀ ਈਸ਼ਰ ਬ੍ਰਹਮਾ ਤੇ ਇੰਦਰ ਵਰਗਿਆਂ ਦੀਆਂ ਪਦਵੀਆਂ ਦੇ ਯੋਗ ਬੰਦਾ ਬਣ ਜਾਂਦਾ ਹੈ। ਕਹਿੰਦੇ ਸੁਣਨ ਦੇ ਨਾਲ ਹੀ 84 ਆਸਣਾਂ ਦਾ ਗਿਆਨ ਹੋ ਜਾਂਦਾ, ਤੇ ਸੁਣਨ ਦੇ ਨਾਲ ਹੀ ਵੇਦਾਂ ਸ਼ਾਸਤਰਾਂ ਦਾ ਗਿਆਨ ਹੋ ਜਾਂਦਾ ਹੈ, ਤੇ ਸੁਣਨ ਦੇ ਨਾਲ ਹੀ ਸਤ ਸੰਤੋਖ ਵਾਲਾ ਜੀਵਨ ਬਤੀਤ ਕਰਨਾ ਲੱਗ ਪੈਂਦਾ ਪਿਆਰਾ। ਤੇ ਸੁਣਨ ਦੇ ਨਾਲ ਮਹਾਰਾਜ ਕਹਿੰਦੇ ਨੇ ਸੁਣਨ ਦੇ ਨਾਲ ਹੀ ਠਾਠਾਂ ਤੀਰਥਾਂ ਦੇ ਇਸ਼ਨਾਨ ਕਰ ਸਕਦਾ, ਤੇ ਸੁਣਨ ਦੇ ਨਾਲ ਹੀ ਉਹ ਨਿਰੰਕਾਰ ਦੇ ਚਰਨਾਂ ਦੇ ਵਿੱਚ ਅਡੋਲਤਾ ਵਾਲਾ ਧਿਆਨ ਹਰ ਵੇਲੇ ਜੁੜਿਆ ਰਹਿੰਦਾ, ਮਨ ਭਟਕਦਾ ਨਹੀਂ ਕਿਸੇ ਪਾਸੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਣਨ ਦੇ ਨਾਲ ਉਹ ਸ਼ੇਖ ਪੀਰ ਪਾਤਸ਼ਾਹ ਵੀ ਬਣ ਜਾਂਦਾ। ਕਹਿੰਦੇ ਜਿਹੜੇ ਮਨਮੁਖ ਨੇ ਉਹਨਾਂ ਨੂੰ ਵੀ ਸਹੀ ਰਾਸਤੇ ਤੇ ਸੁਣਨ ਦੇ ਨਾਲ ਹੀ ਉਹ ਪੈ ਜਾਂਦੇ ਨੇ। ਏਡੀ ਵੱਡੀ ਸੁਣਨ ਦੇ ਵਿੱਚ ਹੀ ਬਖਸ਼ਿਸ਼ ਹੈ, ਏਡੀਆਂ ਸ਼ਕਤੀਆਂ ਨੇ ਨਿਰੰਕਾਰ ਨੇ ਸੁਣਨ ਦੇ ਵਿੱਚ ਰੱਖੀਆਂ। ਹੁਣ ਮਹਾਰਾਜ ਗੱਲ ਕਰਦੇ ਨੇ ਜਿਨ੍ਹਾਂ ਨੇ ਸੁਣ ਕੇ ਮੰਨਿਆ। ਹੁਣ ਇੱਥੇ ਮੰਨੇ ਦਾ ਜਿਹੜਾ ਇੱਕ ਪੌੜੀ ਹੈ ਜਿਹੜੀ ਪਹਿਲੀ, ਉਹ ਹੈ ਮੰਨੇ, ਤੇ 3 ਆਣਗੀਆਂ ਮੰਨੈ। ਇੱਕ ਦੇ ਉੱਤੇ ਇੱਕ ਲਾਮ ਹੈ ਤੇ ਗਾਹਾਂ ਤਿੰਨਾਂ ਦੇ ਉੱਤੇ 2 ਦਲਾਵਾਂ ਨੇ ਨੰਨੇ ਨੂੰ ਲੱਗੀਆਂ ਹੋਈਆਂ। ਮੰਨੇ ਦਾ ਮਤਲਬ ਹੁੰਦਾ ਜਿਨ੍ਹਾਂ ਨੇ ਮੰਨ ਲਿਆ, ਜਿਨ੍ਹਾਂ ਨੇ ਸੁਣਿਆ, ਭਰੋਸਾ ਬੰਨਿਆ, ਨਿਰੰਕਾਰ ਦੇ ਚਰਨਾਂ ਦੇ ਵਿੱਚ ਆਣ ਕੇ ਜੁੜ ਗਏ, ਉਹਦੇ ਜਨ ਬਣ ਗਏ, ਉਸਦੇ ਸੇਵਾਦਾਰ ਬਣ ਗਏ। ਉਹਨਾਂ ਨੇ ਨਿਰੰਕਾਰ ਦੇ ਹਰ ਹੁਕਮ ਨੂੰ ਮੰਨ ਲਿਆ। ਮਾਰੇ ਉੱਤੇ ਮੰਨੇ ਦੀ ਗੱਲ ਕਰਦੇ ਨੇ। ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ। ਕਹਿੰਦੇ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਜੀਵਨ ਬਣਾ ਲਿਆ ਨਾ, ਉਹਨਾਂ ਦੀ ਫਿਰ ਆਪਾਂ ਵਿਆਖਿਆ ਨਹੀਂ ਕਰ ਸਕਦੇ। ਉਹਨਾਂ ਦੀ ਜਿਹੜੀ ਵਡਿਆਈ ਆ ਕਰਨੀ ਨਾਮੁਮਕਿਨ ਹੋ ਜਾਂਦੀ ਹੈ। ਉਹਨਾਂ ਦਾ ਜੀਵਨ ਇੰਨਾ ਉੱਚਾ ਸੁੱਚਾ ਬਣ ਜਾਂਦਾ। ਜੇ ਕੋ ਕਹੇ ਪਿੱਛੇ ਪਛਤਾਏ, ਕਹਿੰਦਾ ਜੇ ਕੋਈ ਗਲਤੀ ਦੇ ਨਾਲ ਇਹ ਕਹਿਣ ਦੀ ਕੋਸ਼ਿਸ਼ ਵੀ ਕਰੇਗਾ ਵੀ ਮੈਂ ਜਾਣਦਾ ਹੈ ਇਹ ਕਿੱਡਾ ਕੁ ਗਿਆਨਵਾਨ ਹੈ, ਮੈਂ ਜਾਣਦਾ ਕਿੰਨਾ ਕਿ ਧਰਮੀ ਆ, ਪਰ ਗਿਆਨ ਕੋਈ ਨਾ ਹੋਵੇ ਉਹਨੂੰ ਉਹਦੇ ਬਾਰੇ, ਤੇ ਪਰ ਉਹ ਤਾਂ ਦੂਸਰਿਆਂ ਦੇ ਵਿੱਚ ਆਪਣੇ ਹੰਕਾਰ ਦੇ ਅਧੀਨ ਹੋ ਕੇ, ਹਉਮੈ ਦੇ ਅਧੀਨ ਹੋ ਕੇ ਉਸ ਪਿਆਰੇ ਦੀ ਨਿੰਦਿਆ ਕਰਦਾ ਜਾਵੇ, ਤੇ ਫਿਰ ਜਿਸਲੇ ਉਹਨੂੰ ਗਿਆਨ ਜਦੋਂ ਬਹਿੰਦਾ ਨਾ ਬੰਦਾ ਕੁਛ ਗੱਲਾਂ ਨਿੰਦਿਆ ਕਰਨ ਵਾਲਾ, ਫਿਰ ਇਸ ਨੂੰ ਚੇਤਾ ਆਉਂਦਾ ਓਏ ਹੋਏ ਗੱਲ ਤਾਂ ਬਿਲਕੁਲ ਸੱਚੀ, ਉਹ ਤਾਂ ਸੱਚਮੁੱਚ ਹੀ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ, ਮੈਂ ਜੋ ਕਹਿ ਕੇ ਆਇਆ ਹਾਂ ਉਹ ਤਾਂ ਬਿਲਕੁਲ ਗਲਤ ਹੈ। ਫਿਰ ਪਛਤਾਉਂਦਾ, ਫਿਰ ਤੜਪਦਾ, ਉਹ ਭਾਰੀ ਗਲਤੀ ਹੋ ਗਈ। ਇਸੇ ਕਰਕੇ ਮਹਾਰਾਜ ਕਹਿੰਦੇ ਨੇ ਬਚਨ ਉਹ ਕਰੋ ਜਿਸ ਬਚਨ ਦੇ ਨਾਲ ਕਿਸੇ ਨੂੰ ਤਕਲੀਫ ਨਾ ਪਹੁੰਚੇ, ਫਿਰ ਪਿੱਛੇ ਪਛਤਾਉਣਾ ਨਾ ਪਵੇ। ਕਾਗਜ਼ ਕਲਮ ਨਾਲ ਲਿਖਣ ਹਾਰ, ਕਹਿੰਦੇ ਇਹ ਜਿਹੜੀਆਂ ਪਦਵੀਆਂ ਨਿਰੰਕਾਰ ਵੱਲੋਂ ਮੰਨਣ ਵਾਲੇ ਨੇ ਪਾਲੀਆਂ, ਉਹਨਾਂ ਬਾਰੇ ਤਾਂ ਲਿਖਿਆ ਵੀ ਨਹੀਂ ਜਾ ਸਕਦਾ। ਕੋਈ ਕਲਮ ਹੀ ਨਹੀਂ ਬਣੀ ਜਿਹੜਾ ਕਿ ਉਹ ਲੇਖਾ ਲਿਖ ਸਕੇ। ਮੰਨੇ ਕਾਬੈ ਕਰਨ ਵਿਚਾਰ, ਕਹਿੰਦੇ ਮੰਨਣ ਦੇ ਨਾਲ ਹੀ ਜਿਹੜਾ ਕਿ ਮੰਨੇ ਕਾਬੈ ਕਰਨ ਵਿਚਾਰ, ਕਹਿੰਦੇ ਜਿਹੜੇ ਫਿਰ ਕੀ ਹੁੰਦਾ ਨਾ, ਜਿਹੜੇ ਮੰਨ ਲੈਂਦੇ ਨੇ, ਜਿਹੜੇ ਸਤਿਗੁਰ ਤੇ ਸ਼ਰਧਾ ਬਣਾਈ ਹੋਈ ਹਨ ਜਿਨ੍ਹਾਂ ਨੇ, ਉਹ ਜਿੱਥੇ ਵੀ ਬਹਿਣਗੇ ਉਹ ਉੱਚੀ ਸੁੱਚੀ ਹੀ ਉਹਦੀ ਵਿਚਾਰ ਹੀ ਕਰਨਗੇ, ਉਹਦੇ ਹੀ ਗੁਣ ਗਾਉਣਗੇ। ਕੋਈ ਲਾਗੇ ਦੀ ਲੰਘਿਆ ਜਿਹੜਾ ਕਿ ਮਨਮੁਖ ਸੀ, ਉਸ ਨੂੰ ਬਹਾਲ ਕੇ ਕਹਿਣਗੇ ਉਹ ਭਲਿਆ
ਤੈਨੂੰ ਦੇਣ ਵਾਲਾ ਦਾਤਾ ਉਹ ਨਿਰੰਕਾਰ, ਕਦੀ ਉਹਦੇ ਬਾਰੇ ਵੀ ਸੋਚ ਲਿਆ ਕਰ, ਕਦੀ ਉਹਦਾ ਵੀ ਵਿਚਾਰ ਕਰਿਆ ਕਰ, ਕਦੀ ਉਹਦੀ ਵੀ ਬੰਦਗੀ ਕਰਦਾ ਸਮਾਂ ਕੱਢ। ਭੱਜਿਆ ਹੀ ਫਿਰਦਾ ਰਹਿੰਦਾ, ਭੱਜਿਆ ਹੀ ਫਿਰਦਾ ਰਹਿੰਦਾ। ਇਹ ਵੀ ਉੱਚੀਆਂ ਸੁੱਚੀਆਂ ਵਿਚਾਰਾਂ ਕਰਦੇ ਨੇ ਆਪਸ ਵਿੱਚ ਹੀ ਬੈਠ ਕੇ ਵੀ, ਪਰ ਉਹ ਟੁੱਟਿਆਂ ਨੂੰ ਵੀ ਜੋੜਦੇ ਨੇ ਨਾਲ। ਤੇ ਨਾਲ ਕੀ ਕਹਿੰਦੇ ਨੇ, ਵਿਚਾਰ ਕਿਹੜੀ ਚੀਜ਼ ਦੀ ਕਰਦੇ ਨੇ, ਐਸਾ ਨਾਮ ਨਿਰੰਜਨ ਹੋਏ ਨਿਰੰਕਾਰ, ਤੇਰਾ ਨਾਮ ਹੀ ਇੰਨਾ ਪਵਿੱਤਰ ਹੈ, ਇੰਨਾ ਸ਼ੁੱਧ ਹੈ, ਇੰਨਾ ਉੱਚਾ, ਇੰਨਾ ਸੁੱਚਾ, ਇੰਨਾ ਨਿਰਮਲ ਹੈ, ਇੰਨਾ ਅੰਮ੍ਰਿਤ ਦਾ ਭਰਿਆ ਹੋਇਆ ਤੇਰਾ ਨਾਮ ਹੈ। ਪਰ ਇਹਦਾ ਗਿਆਨ ਕਿਹਨੂੰ ਹੈ, ਜੇ ਕੋ ਮਨ ਜਾਣੇ ਮਨ ਕੋਏ। ਕਹਿੰਦੇ ਵੇ ਇਹ ਉਹਦਾ ਗਿਆਨ ਉਹਨੂੰ ਆ ਜਿਸ ਨੇ ਉਸ ਨੂੰ ਮੰਨ ਲਿਆ ਤੇ ਮਨ ਦੇ ਵਿੱਚ ਉਸ ਨੂੰ ਟਿਕਾ ਲਿਆ, ਵਸਾ ਲਿਆ। ਉਹੀ ਸਿਰਫ ਜਾਣਦਾ। ਮਹਾਰਾਜ ਕਹਿੰਦੇ ਮੰਨੈ ਮਾਰਗ ਠਾਕ ਨਾ ਪਾਏ। ਮੰਨਣ ਦੇ ਨਾਲ, ਮੰਨਣ ਵਾਲੇ ਨੂੰ ਜਿਹੜਾ ਮੰਨਣ ਲੱਗ ਪਊਗਾ, ਉਹ ਜਿਸ ਨੇ ਸਹੀ ਮਾਰਗ ਜਿਹੜਾ ਨਿਰੰਕਾਰ ਦੇ ਦਰ ਘਰ ਨੂੰ ਜਾਂਦਾ, ਕਿਉਂਕਿ ਬੜੇ ਅੰਦਰ ਤੱਤ ਬੈਠੇ ਨੇ ਜਿਹੜੇ ਇਹ ਮਾਰਗ ਤੋਂ, ਮਾਇਆ ਬਹੁਤ ਵੱਡੀ ਪਰਬਲ ਹੈ। ਕਿਤੇ ਮਾਇਆ ਦੀ ਆਪਾਂ ਵਿਆਖਿਆ ਜ਼ਰੂਰ ਕਰਾਂਗੇ। ਮਾਇਆ ਦੇ ਬੇਅੰਤ ਰੂਪ ਨੇ। ਇਹ ਮਾਇਆ ਫਿਰ ਆਪਣੇ ਜਿਹੜੇ ਦੂਤ ਰੱਖੇ ਹੋਏ ਨੇ ਸਰੀਰ ਦੇ ਅੰਦਰ ਵੀ ਬਹੁਤ ਬੈਠੇ ਨੇ ਤੱਤ, ਉਹ ਸਾਨੂੰ ਕੋਈ ਮਾਰਗ ਤੋਂ ਬੇਮਾਰਗ ਕਰਨਾ ਚਾਹੁੰਦੇ ਨੇ। ਆਖਦੇ ਨੇ ਕਾਹਤੇ ਤੂੰ ਨਿਰੰਕਾਰ ਦੀ ਬੰਦਗੀ ਕਰਨ ਡਿਆ, ਚੱਲ ਯਾਰ ਟੈਲੀਵਿਜ਼ਨ ਦੇਖ, ਫਿਲਮ ਦੇਖ, ਕਿਤੇ ਪੱਬ ਨੂੰ ਜਾ ਕੇ ਕਲੱਬ ਨੂੰ ਜਾ, ਇੱਦਾਂ ਦੇ ਕਾਰ ਕਰਾਉਣਗੇ। ਤੇ ਫਿਰ ਕੀ ਹੁੰਦਾ ਨਾ, ਜਿਹੜੇ ਕੱਚੇ ਪਿੱਲੇ ਨੇ ਉਹ ਵੇ ਉਧਰ ਨੂੰ ਤੁਰ ਵੀ ਪੈਂਦੇ ਨੇ। ਪਰ ਮਾਲਕ ਕਹਿੰਦੇ ਨੇ ਜਿਨ੍ਹਾਂ ਉਹ ਮੰਨਣ ਦੇ ਨਾਲ ਤੈਨੂੰ ਜਿਹੜਾ ਮਾਰਗ ਨਿਰੰਕਾਰ ਦਿਖਾਏਗਾ, ਉਦੋਂ ਮਾਰਗ ਦੇ ਉੱਤੇ ਚੱਲਦਾ ਹੋਇਆ ਤੂੰ ਅਡੋਲਤਾ ਦੇ ਵਿੱਚ ਚੱਲਦਾ ਚੱਲੀ, ਤੈਨੂੰ ਕੋਈ ਵੀ ਵਿਕਾਰ ਆਣ ਕੇ ਰੁਕਾਵਟ ਨਹੀਂ ਪਾ ਸਕੇਗਾ। ਠਾਕ ਨਾ ਜਪਾਏ, ਤੈਨੂੰ ਰੁਕਾਵਟ ਨਹੀਂ ਪਾ ਸਕੇਗਾ। ਮੰਨੇ ਪਤ ਸਿਉ ਪ੍ਰਗਟ ਜਾਏ। ਕਹਿੰਦੇ ਮੰਨਣ ਦੇ ਨਾਲ ਸੰਸਾਰ ਤੋਂ ਜੀਵਨ ਦੀ ਬਾਜੀ ਜਿੱਤ ਕੇ, ਇੱਥੋਂ ਸ਼ੋਭਾ ਖੱਟ ਕੇ ਨਿਰੰਕਾਰ ਦੇ ਦਰ ਦੇ ਵਿੱਚ ਵੀ ਸ਼ੋਭਾ ਤੂੰ ਪਾਏਗਾ। ਮੰਨੇ ਮਗ ਨਾ ਚੱਲੇ ਪੰਥ। ਕਹਿੰਦੇ ਜਿਹੜੇ ਕਿ ਮੰਨੇ ਮਗ ਨਾ ਚੱਲੇ ਪੰਥ। ਜਿਹੜਾ ਮਗ ਹੈ ਨਾ, ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਮਗ ਦੀ ਜਿਹੜੀ ਗੱਲ ਕੀਤੀ ਹੈ, ਉਹ ਇੱਕ ਬਹੁਤ ਲੰਬਾ ਪੈਂਡਾ, ਮਗ ਨਾ ਚੱਲੇ ਪੰਥ। ਕਹਿੰਦੇ ਇਸ ਰਾਸਤੇ ਦੇ ਉੱਤੇ ਤੁਰਨ ਵਾਲਾ ਜਿਹੜਾ ਜੀਵ ਹੈ ਨਾ, ਨਿਰੰਕਾਰ ਦੇ ਰਾਸਤੇ ਦੇ ਉੱਤੇ, ਉਹ ਕਿ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਉਸ ਰਾਸਤੇ ਦਾ ਗਿਆਨ ਜਿਹੜੇ ਦਾ ਦੇ ਦਿੱਤਾ ਮਾਲਕ ਨੇ, ਗਿਆਨ ਦੇਣ ਤੋਂ ਬਾਅਦ ਫਿਰ ਜਿਹਦੇ ਉੱਤੇ ਉਹ ਤੁਰ ਪਿਆ, ਉਦੋਂ ਮਾਰਗ ਦੇ ਉੱਤੇ, ਜਿੱਦੋਂ ਮਾਰਗ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਉਸ ਨੂੰ ਕੋਈ ਵੀ ਵਿਕਾਰ ਖਾਣ ਕੇ ਤੰਗ ਨਹੀਂ ਕਰੇਗਾ। ਮੰਨੇ ਮਗ ਨਾ ਚੱਲੇ ਪੰਥ। ਕਹਿੰਦੇ ਇਹ ਮਾਰਗ ਤੇ ਤੁਰੇ ਜਾਂਦੇ ਜਿਹੜੇ ਨੇ, ਇਦੋਂ ਮਾਰਗ ਦੇ ਉੱਤੇ ਚੱਲਣ ਵਾਲੇ, ਫਿਰ ਉਹ ਰਾਸਤੇ ਤੋਂ ਭਟਕਦੇ ਨਹੀਂ। ਉਹ ਰਾਸਤੇ ਤੋਂ ਭਟਕਦੇ ਨਹੀਂ ਇਸ ਕਾਰਨ ਕਰਕੇ ਕਿ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਯਾਦ, ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਦਿੱਤਾ ਹੋਇਆ ਸਾਡੇ ਨਾਲ ਸਾਨੂੰ ਜੋ ਗਿਆਨ ਹੈ, ਉਹਦੇ ਉੱਤੇ ਉਹ ਜੀਵ ਚੱਲਦੇ ਨੇ। ਜਿਸ ਲਈ ਉਹਦੇ ਉੱਤੇ ਚੱਲਦੇ ਨੇ ਨਾ, ਤਾਂ ਉੱਥੇ ਫਿਰ ਉਹਨਾਂ ਨੂੰ ਇੱਜ਼ਤ ਮਾਣ ਵੀ ਮਿਲਦਾ ਹੈ। ਤੇ ਇਹ ਨਿਯਮ ਹੈ ਉਹ ਨਿਰੰਕਾਰ ਸੱਚੇ ਪਾਤਸ਼ਾਹ ਦਾ, ਕਿ ਇਹ ਜਿਹੜਾ ਪੰਥ ਹੈ, ਇਹ ਜਿਹੜਾ ਮਾਰਗ ਹੈ, ਇਹ ਵਿਖੜਾ ਮਾਰਗ ਵੀ ਕਿਹਾ ਗਿਆ ਹੈ। ਪਰ ਮੱਗੈ ਚ ਮੰਨੈ ਮੱਗ ਨਾ ਚੱਲੇ ਪੰਥ। ਜਿਹੜਾ ਮੰਨਣ ਵਾਲਾ ਹੋਊਗਾ ਉਹ ਫਿਰ ਇਦੋਂ ਮਾਰਗ ਨੂੰ ਛੱਡ ਕੇ ਦੂਜੇ ਹੋਰ ਕਿਸੇ ਮਾਰਗ ਦੇ ਉੱਤੇ ਨਹੀਂ ਤੁਰੇਗਾ। ਯਕੀਨ ਹੀ ਭਰੋਸਾ ਇੰਨਾ ਹੋਏਗਾ। ਮੰਨੈ ਧਰਮ ਸੇਤੀ ਸੰਬੰਧ। ਕਹਿੰਦੇ ਮੰਨਣ ਦੇ ਨਾਲ ਉਹਨਾਂ ਦੇ ਨਾਲ ਤੇਰੀ ਦੋਸਤੀ, ਉਹਨਾਂ ਦੇ ਨਾਲ ਤੇਰਾ ਪ੍ਰੇਮ ਪੈ ਜਾਏਗਾ, ਉਹਨਾਂ ਦੀ ਤੇਰੀ ਸੰਗਤ ਹੋ ਜਾਏਗੀ ਜਿਹੜੇ ਸਾਰੇ ਧਰਮ ਦੇ ਵਿੱਚ ਪਰਪੱਕਤਾ ਦੇ ਵਿੱਚ ਹਨ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਕਹਿੰਦੇ ਇਸ ਨਾਮ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ, ਇਹ ਇੰਨਾ ਉੱਚਾ ਸੁੱਚਾ ਹੈ। ਪਰ ਗਿਆਨ ਉਸ ਨੂੰ ਜਿਸ ਨੇ ਇਹਨੂੰ ਮੰਨ ਕੇ ਹਿਰਦੇ ਦੇ ਵਿੱਚ ਵਸਾ ਲਿਆ। ਮੰਨੈ ਪਾਵੈ ਮੋਖ ਦੁਆਰ। ਕਹਿੰਦੇ ਮੰਨਣ ਦੇ ਨਾਲ ਉਹ ਨਿਰੰਕਾਰ ਦੇ ਸੱਚਖੰਡ ਦਾ ਗਿਆਨ ਹੋ ਜਾਂਦਾ, ਸੱਚਖੰਡ ਦੇ ਘਰ ਦਾ ਉਸ ਨੂੰ ਗਿਆਨ ਹੋ ਜਾਂਦਾ।
ਉਹ ਗਿਆਨ ਪ੍ਰਾਪਤ ਕਰ ਸਕਦਾ ਹੈ ਮੰਨਣ ਦੇ ਨਾਲ ਹੀ। ਮੰਨੈ ਪਰਵਾਰੇ ਸੁਧਾਰ, ਕਹਿੰਦੇ ਇਕੱਲਾ ਗਿਆਨ ਹੀ ਨਹੀਂ ਹਾਸਿਲ ਕਰ ਲੈਂਦਾ, ਉਹ ਆਪ ਤਾਂ ਇੱਥੋਂ ਇਹ ਜੀਵਨਬਾਜੀ ਜਿੱਤ ਕੇ ਜਾਂਦਾ, ਕਹਿੰਦੇ ਪਰਿਵਾਰ ਦਾ ਵੀ ਭਲਾ ਕਰਕੇ ਚਲੇ ਜਾਂਦਾ। ਮੰਨੈ ਤਰੈ ਤਾਰੇ ਗੁਰਸਿੱਖ, ਕਹਿੰਦੇ ਮੰਨਣ ਵੱਡੇ ਨਾਲ ਹੀ ਉਹ ਸਿਰਫ ਪਰਿਵਾਰ ਦਾ ਸਾਖ ਸੰਬੰਧੀਆਂ ਦਾ ਭਲਾ ਨਹੀਂ ਕਰਦਾ, ਉਹ ਤਾਂ ਅਨੇਕਾਂ ਸਿੱਖਾਂ ਨੂੰ ਵੀ ਨਾਲ ਜੋੜ ਲੈਂਦਾ। ਉਹ ਭਲਿਆ ਸਵਾਸਾਂ ਦਾ ਕੋਈ ਪਤਾ ਨਹੀਂ ਹੈ, ਇਹ ਅਕਾਲ ਪੁਰਖ ਨੂੰ ਨਿਰੰਕਾਰ ਨੂੰ ਪਤਾ ਜਿਹਨੇ ਦਿੱਤੇ। ਤੂੰ ਕਿਉਂ ਇਹਨਾਂ ਨੂੰ ਵਿਅਰਥ ਗੁਆਰਿਆ, ਕਿਉਂ ਨਿੰਦਿਆ ਚੁਗਲੀ ਈਰਖਾ ਦੇ ਵਿੱਚ ਇਹਨਾਂ ਨੂੰ ਗੁਆਰਿਆ। ਉਹਨੂੰ ਕੋਲ ਬਹਾਉਂਦੇ ਨੇ, ਉਸ ਨੂੰ ਪ੍ਰੇਮ ਕਰਦੇ ਨੇ, ਪ੍ਰੇਮ ਕਰਕੇ ਉਹਨੂੰ ਸਹੀ ਮਾਰਗ ਦੇ ਉੱਤੇ ਤੋਰਨ ਦਾ ਉਪਦੇਸ਼ ਦਿੰਦੇ ਨੇ। ਤਾਂ ਕਹਿੰਦੇ ਵੀ ਜਿਹੜੇ ਸਹੀ ਮਾਰਗ ਤੇ ਤੁਰ ਪੈਂਦੇ ਨੇ, ਕਹਿੰਦਾ ਉਹ ਵੀ ਫਿਰ ਤੋਂ ਤਰ ਜਾਂਦੇ ਨੇ ਮੰਨਣ ਦੇ ਨਾਲ ਹੀ। ਕਿੱਡੀਆਂ ਬਖਸ਼ਿਸ਼ਾਂ ਮੰਨੇ ਦੇ ਵਿੱਚ। ਮੰਨੈ ਨਾਨਕ ਪਵੈ ਨਾ ਭਿਖ, ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਮੰਨਣ ਦੇ ਨਾਲ ਜੀਵ ਹੋਰ ਰਸਤੇ ਤੇ ਨਹੀਂ ਜਾਂਦਾ, ਕਿਸੇ ਹੋਰ ਦਰ ਦਾ ਭਿਖਾਰੀ ਨਹੀਂ ਬਣਦਾ। ਇਹ ਤਾਂ ਤੁਸ਼ ਬੁੱਧੀ ਵਾਲੇ ਆ। ਹੁਣ ਵੀ ਅਸੀਂ ਦੇਖਦੇ ਹੀ ਹਾਂ, ਕੋਈ ਪੱਥਰਾਂ ਨੂੰ ਦੁੱਧ ਪਾਈ ਜਾ ਰਿਹਾ, ਜਾ ਕੇ ਬਾਹਰ ਦੀ ਸ੍ਰੀ ਸਾਹਿਬਾਂ ਪਾਈਆਂ ਹੁੰਦੀਆਂ, ਕੋਈ ਧਾਗੇ ਹੀ ਬੜੇ ਗੁੱਟਾਂ ਤੇ ਬੰਨ੍ਹ ਕੇ ਤੁਰਿਆ ਫਿਰਦਿਆ ਆ। ਅਨੇਕਾਂ ਤਰ੍ਹਾਂ ਦੇ ਹੋਰ ਪਖੰਡ, ਦੀਵੇ ਜਗਾਏ ਜਾਣੇ, ਕੋਈ ਸੁਲਤਾਨੀਆਂ ਦਾ ਦੀਵਾ, ਸੁਲਤਾਨੀਆਂ ਦਾ ਰੋਡ, ਮੜੀਆਂ ਮਸਾਣਾਂ ਨੂੰ ਪੂਜੀ ਜਾਣਾ। ਪਰ ਕਹਿੰਦਾ ਜਿਹੜੇ ਸੱਚਮੁੱਚ ਹੀ ਮੰਨ ਕੇ ਵਾਹਿਗੁਰੂ ਦੇ ਨਾਮ ਨੂੰ ਹਿਰਦੇ 'ਚ ਵਸਾ ਲੈਂਦੇ ਨੇ, ਉਹ ਫਿਰ ਕਿਸੇ ਹੋਰ ਦਰ ਦੇ ਭਿਖਾਰੀ ਨਹੀਂ ਬਣਦੇ। ਉਹ ਸਾਰੀਆਂ ਦਾਤਾਂ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਤੋਂ ਪ੍ਰਾਪਤ ਕਰਦੇ ਨੇ। ਸੋ ਨਾ ਹੀ ਸਤਿਗੁਰੂ ਜੀ ਉਹਨਾਂ ਨੂੰ ਕਿਸੇ ਹੋਰ ਦਰ ਦਾ ਭਿਖਾਰੀ ਬਣ ਨਹੀਂ ਦਿੰਦਾ, ਦਾਤਾਂ ਸਾਰੀਆਂ ਦੇ ਦਿੰਦਾ। ਜੀ ਭਿਖਾਰੀ ਨਹੀਂ ਕਿਸੇ ਵੀ ਦਰ ਦਾ ਬਣਦਾ। ਕਹਿੰਦੇ ਐਸਾ ਨਾਮ ਨਿਰੰਜਨ ਹੋਏ, ਐਡਾ ਕਿਰਪਾ ਦਿਆਲੂ ਵਾਲਾ ਨਾਮ ਹੈ, ਜੇ ਕੋ ਮਨ ਜਾਣੇ ਮਨ ਕੋਏ। ਜਿਸ ਇਹਨੇ ਇਸ ਨਾਮ ਨੂੰ ਮੰਨ ਲਿਆ, ਹਿਰਦੇ 'ਚ ਟਿਕਾ ਲਿਆ, ਸਿਰਫ ਉਹਨੂੰ ਹੀ ਇਹਦਾ ਗਿਆਨ ਹੈ। ਇਹੀ ਮਹਾਰਾਜ ਕਹਿੰਦੇ ਨੇ ਵੀ ਉਹਨੂੰ ਹੀ ਇਸ ਦਾ ਗਿਆਨ ਹੈ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਲੱਗੇ ਨੇ ਪੰਚ ਦੇ। ਇਹਦੇ ਅਰਥ ਥੋੜੇ ਜਿਹੇ ਲੰਬੇ ਹੋਣਗੇ, ਆਪਾਂ 3-4 ਤਰ੍ਹਾਂ ਦੇ ਵੱਖਰੇ ਵੱਖਰੇ ਅਰਥ ਕਰਨ ਦੀ ਕੋਸ਼ਿਸ਼ ਕਰਾਂਗੇ, ਜਿੰਨੀ ਕੁ ਗੁਰੂ ਜੀ ਨੇ ਮੱਤ ਦਿੱਤੀ ਉਹਨੂੰ ਵਰਤ ਕੇ। ਪਹਿਲਾਂ ਆਪਾਂ ਇਸ ਤਰ੍ਹਾਂ ਰੱਖਣਾ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੈ ਸੋਹੈ ਦਰ ਰਾਜ਼ਾਨ, ਪੰਚਾਂ ਕਾ ਗੁਰ ਏਕ ਧਿਆਨ। ਹੁਣ ਪਹਿਲਾਂ ਆਪਾਂ ਦੁਨਿਆਵੀ ਅਰਥ ਦੇ ਕਰਨੇ ਨੇ। ਪੰਚ ਉਹਨੂੰ ਕਿਹਾ ਜਾਂਦਾ ਜਿਹੜਾ ਪਿੰਡ ਦੇ ਵਿੱਚ ਅਸੀਂ ਕੋਈ ਸਿਆਣੇ ਬੰਦੇ ਨੂੰ ਉਸ ਨਗਰ ਦਾ ਮੁਖੀਆ ਬਣਾ ਦਿੰਦੇ ਹਾਂ, ਉਹ ਪੰਚ। ਵੀ ਇਹ ਭਾਈ ਇਹਦਾ ਜੀਵਨ ਬੜਾ ਉੱਚਾ ਸੁੱਚਾ, ਇਹ ਸੱਚ ਦਾ ਨਿਆਂ ਕਰਨ ਵਾਲਾ ਹੈ, ਸੋ ਇਹ ਪੰਚ ਬਣਨ ਦੇ ਲਾਇਕ ਹੈ, ਇਹ ਨਗਰ ਦਾ ਮੁਖੀਆ ਬਣਨ ਦੇ ਲਾਇਕ ਹੈ। ਉਹ ਫਿਰ ਸਾਰੇ ਨਗਰ ਨੂੰ ਪ੍ਰਵਾਨ ਹੋ ਜਾਂਦਾ। ਇਹ ਦੁਨਿਆਵੀ ਅਰਥ ਨੇ, ਸਾਰੇ ਨਗਰ ਨੂੰ ਪ੍ਰਵਾਨ ਹੋ ਜਾਂਦਾ। ਤੇ ਪੰਚ ਪ੍ਰਧਾਨ, ਉਹਨਾਂ ਦੇ ਵਿੱਚੋਂ ਇੱਕ ਨੂੰ, ਪੰਚਾਂ ਦੇ ਵਿੱਚੋਂ ਇੱਕ ਨੂੰ ਸਰਪੰਚ ਕਹਿ ਦਿੰਦੇ, ਹੁਣ ਤਾਂ ਉਹਨੂੰ ਅਸੀਂ ਪ੍ਰਧਾਨ ਬਣਾ ਦਿੰਦੇ ਹਾਂ। ਉਹ ਜਿਹੜੇ ਪੰਜ ਨੇ, ਉਹ ਜਿਹੜਾ ਪੰਚ ਸਰਪੰਚ ਹੁੰਦਾ, ਉਹਦੀ ਗੱਲ ਨੂੰ ਮੰਨ ਜਾਂਦੇ, ਕਿਉਂ ਕਹਿੰਦੇ ਉਹ ਪੰਜ ਵੀ ਕਹਿੰਦੇ ਨੇ ਇਹ ਸਾਡੇ ਨਾਲੋਂ ਸੋਹਣਾ, ਇਹਦਾ ਉੱਚਾ ਤੇ ਸੁੱਚਾ ਜੀਵਨ ਹੈ, ਇਹ ਬਿਲਕੁਲ ਕਿਸੇ ਤਰ੍ਹਾਂ ਦਾ ਵੀ ਇਹਦੇ ਅੰਦਰ ਵਿਕਾਰ ਨਹੀਂ ਹੈ, ਇਹ ਜੋ ਵੀ ਨਿਆਂ ਕਰੇਗਾ ਸਾਨੂੰ ਪੰਜਾਂ ਨੂੰ ਮਨਜ਼ੂਰ ਹੈ। ਤੇ ਪੰਜ ਜੋ ਉਹ ਜਿਹੜੇ ਨੇ, ਇਹ ਪੰਜ ਜਿਹੜੇ ਨੇ ਉਹ ਜੋ ਨਿਆਂ ਕਰਨਗੇ ਉਹ ਸਾਰੇ ਨਗਰ ਨੂੰ ਮਨਜ਼ੂਰ ਹੋ ਜਾਂਦਾ। ਪੰਚੇ ਪਾਵੇ ਦਰਗਹਿ ਮਾਨ, ਇਹ ਪੰਜ ਜਿਹੜੇ ਨੇ, ਜਿਹੜੇ ਨਗਰ ਦੇ ਵਿੱਚੋਂ ਉੱਚੇ ਤੇ ਸੁੱਚੇ ਚੁਣੇ ਜਾਂਦੇ ਨੇ, ਇਹ ਫਿਰ ਦਰਗਾਹ ਦੇ ਵਿੱਚ ਵੀ ਇਹਨਾਂ ਨੂੰ ਮਾਣ ਹਾਸਲ ਹੁੰਦਾ ਹੈ। ਦਰਗਾਹ ਦੇ ਵਿੱਚ ਹੁਣ ਦਰਗਾਹ ਦੋ ਰੂਪਾਂ ਦੇ ਵਿੱਚ ਆਪਾਂ ਰੱਖਾਂਗੇ, ਨਾਲ ਦੀ ਲਾਈਨ ਨਾਲ ਹੀ ਸਾਂਝੀ ਕਰਕੇ। ਪੰਚੈ ਸੋਹੈ ਦਰ ਰਜ਼ਾਨ, ਕਹਿੰਦੇ ਇਹ ਜਿਹੜੇ ਪੰਜ ਹੈ, ਜਿਹੜੇ ਸਰਮੋਹ ਬੰਦੇ ਚੁਣੇ ਗਏ ਨੇ, ਇਹਨਾਂ ਦੀ ਫਿਰ ਦਲੀਲ ਕਹਿੰਦੇ ਰਾਜ ਦਰਬਾਰ ਦੇ ਵਿੱਚ ਵੀ ਇਹਨਾਂ ਦੀ ਮੰਨੀ ਜਾਂਦੀ ਹੈ। ਇਹ ਫਿਰ ਜਦੋਂ ਸਰਕਾਰੀ ਦਰਬਾਰੇ ਜਾਂਦੇ ਨੇ, ਉੱਥੇ ਇਹਨਾਂ ਨੂੰ ਆਦਰ ਦਿੱਤਾ ਜਾਂਦਾ ਵੀ ਫਲਾਨੇ ਨਗਰ ਦੇ ਚੁਣੇ ਹੋਏ ਪੰਚ ਨੇ, ਸੁਲਝੇ ਹੋਏ ਜੀਵ ਆਏ ਨੇ, ਉਹਨਾਂ ਨੂੰ ਫਿਰ ਉੱਥੇ ਆਦਰ ਦਿੱਤਾ ਜਾਂਦਾ। ਪੰਚਾਂ ਕਾ ਗੁਰ ਏਕ ਧਿਆਨ, ਇਹ ਜਿਹੜੇ ਪੰਚ ਹੁੰਦੇ ਨੇ
ਇਹਨਾਂ ਦਾ ਫੈਸਲਾ ਇੱਕੋ ਹੀ ਹੁੰਦਾ। ਇਹਨੇ ਸਹਿਮਤੀ ਇਹਨਾਂ ਦੀ ਉਦੋਂ ਹਰ ਇੱਕ ਚੀਜ਼ ਦੇ ਨਾਲ ਹੁੰਦੀ ਆ, ਤੇ ਉਹ ਸਹਿਮਤੀ ਜਿਹੜੀ ਉਹ ਸਾਰਿਆਂ ਨੂੰ ਪ੍ਰਵਾਨ ਹੋ ਜਾਂਦੀ। ਇਹ ਹੈ ਦੁਨਿਆਵੀ ਅਰਥ। ਹੁਣ ਇੱਕ ਅਰਥ ਹੋਰ ਭਈ ਪੰਜ ਪ੍ਰਵਾਨ। ਹੁਣ ਆਪਾਂ ਪੰਜਾਂ ਦੀ ਗੱਲ ਕਰ ਲਈਏ। ਇੱਥੇ ਪੰਜ ਪ੍ਰਵਾਨ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਪੰਜ ਚੀਜ਼ਾਂ ਪ੍ਰਵਾਨ ਨੇ। ਇਹ ਸਰੀਰ ਦੇ ਵਿੱਚ ਜਿਹੜੀਆਂ ਇਹ ਪੰਜ ਚੀਜ਼ਾਂ ਲਾਗੂ ਹੋ ਜਾਵਣ ਤਾਂ ਇਹ ਸਾਨੂੰ ਉਹਦੇ ਨਿਰੰਕਾਰ ਦੇ ਦਰ ਘਰ ਤੱਕ ਲੈ ਜਾਂਦੀਆਂ ਨੇ, ਸੱਚਖੰਡ ਤੱਕ ਸਾਡਾ ਸਾਥ ਦਿੰਦੀਆਂ ਨੇ। ਉਹ ਪੰਜ ਜਿਹੜੀਆਂ ਪ੍ਰਵਾਨ ਉਹ ਕਿਹੜੀਆਂ ਨੇ? ਸੇਵਾ, ਸਿਮਰਨ, ਸਤ, ਸੰਤੋਖ ਤੇ ਸਹਿਜ। ਇਹ ਪੰਜੇ ਚੀਜ਼ਾਂ ਜਿਹੜੀਆਂ ਨੇ ਇਹ ਅਕਾਲ ਪੁਰਖ ਨੂੰ ਪ੍ਰਵਾਨ ਨੇ। ਜਿਹੜਾ ਜੀਵ ਸੇਵਾ ਕਰਦਾ ਉਹਦਾ ਜਿਹੜਾ ਤਨ ਹੈ, ਮਨ ਹੈ, ਨਿਰਮਲ ਹੋ ਗਿਆ, ਉਹ ਗੁਰੂ ਨੂੰ ਪ੍ਰਵਾਨ ਹੈ। ਜਿਹੜਾ ਸਿਮਰਨ ਦੇ ਵਿੱਚ ਟਿਕ ਗਿਆ ਉਹ ਵੀ ਗੁਰੂ ਨੂੰ ਪ੍ਰਵਾਨ ਹੈ। ਜਿਹੜਾ ਸਤ ਵਾਲਾ ਜੀਵਨ ਬਤੀਤ ਕਰਨਾ ਪਿਆ ਉਹ ਵੀ ਗੁਰੂ ਨੂੰ ਪ੍ਰਵਾਨ ਹੈ। ਸੰਤੋਖੀ ਦਾ ਜੀਵਨ ਵੀ ਪ੍ਰਵਾਨ ਹੈ ਤੇ ਸਹਿਜ ਅਡੋਲਤਾ ਵਾਲਾ ਵੀ ਜੀਵਨ ਨਿਰੰਕਾਰ ਨੂੰ ਪ੍ਰਵਾਨ ਹੈ। ਇਹ ਪੰਜਾਂ ਦਾ ਜਿਹੜੇ ਪੰਜ ਨੇ ਇਹ ਅਕਾਲ ਪੁਰਖ ਨੂੰ ਪ੍ਰਵਾਨ ਨੇ। ਤੇ ਪੰਜ ਪ੍ਰਧਾਨ, ਤੇ ਹੁਣ ਹੁੰਦਾ ਕੀ ਆ ਵੀ ਪੰਜ ਪ੍ਰਧਾਨ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਣਾ ਦਿੱਤੇ। ਹੁਣ ਕਈ ਆਪਾਂ ਜੇ ਤਾਂ ਇੱਕ ਪਾਸੇ ਨੂੰ ਦੇਖਾਂਗੇ ਸਰੀਰ ਦੇ ਅੰਦਰ ਜਿਹੜੇ ਪੰਜ ਚੋਰ ਬੈਠੇ ਹਨ ਉਹਨਾਂ ਦੀ ਗੱਲ ਕਰ ਸਕਦੇ ਆ, ਜਾਂ ਆਪਾਂ ਜਿੱਥੇ ਇੱਥੇ ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਪੰਜ ਪ੍ਰਧਾਨ। ਇਹ ਪੰਜ ਪ੍ਰਮਾਣ ਉਦੋਂ ਹੁੰਦੇ ਨੇ ਇਹ ਚੀਜ਼ਾਂ ਜਦੋਂ ਕਿ ਜਿਹੜੇ ਪੰਜ ਪ੍ਰਧਾਨ ਨੇ ਉਹ ਸਹੀ ਰਾਸਤੇ ਦੇ ਉੱਤੇ ਪਏ। ਉਹ ਸਾਡੇ ਨੇ ਗਿਆਨ ਦੇ ਅੰਦਰੇ ਜਿਹੜੇ ਪ੍ਰਧਾਨ ਨੇ। ਕਈਆਂ ਨੇ ਇਹਨੂੰ ਕਾਮ, ਕ੍ਰੋਧ, ਮੋਹ, ਹੰਕਾਰ ਨੂੰ ਵੀ ਇੱਥੇ ਰੱਖਿਆ ਹੈ, ਪਰ ਮੈਂ ਭਾਵਨਾ ਦੇ ਨਾਲ ਅਰਥ ਕਰਨੇ ਚਾਹੁੰਦਾ ਹਾਂ। ਪਰ ਜੇ ਇਹ ਅਰਥ ਤੁਹਾਨੂੰ ਨਾ ਚੰਗੇ ਲੱਗੇ ਮੈਂ ਪਹਿਲਾਂ ਹੱਥ ਜੋੜ ਕੇ ਆਪ ਜੀ ਦੇ ਕੋਲੋਂ ਮਾਫੀ ਮੰਗ ਲੈਂਦਾ ਹਾਂ। ਜੋ ਕਮਾਈ ਗੁਰੂ ਕਰਵਾਉਂਦੇ ਨੇ ਉਹਦੇ ਵਿੱਚੋਂ ਕੁਝ ਨਾ ਕੁਝ ਜੋ ਨਿਕਲਦਾ ਉਹੀ ਇਹ ਸਾਂਝਾ ਆਪ ਜੀ ਦੇ ਨਾਲ ਕਰਦੇ ਹਾਂ। ਪੰਜ ਪ੍ਰਧਾਨ ਕੌਣ ਕੌਣ ਪ੍ਰਧਾਨ ਨੇ? ਕਹਿੰਦੇ ਨੇਤਰ, ਅੱਖਾਂ, ਗਿਆਨ ਦੇ ਅੰਦਰ ਨੇਤਰ, ਕੰਨ, ਨੱਕ, ਜੀਭਾ, ਤੇ ਕਈਆਂ ਨੇ ਇੱਥੇ ਇਸ ਨੂੰ ਚਮੜੀ ਨੂੰ ਆਖਿਆ ਹੈ ਤੇ ਕਈਆਂ ਨੇ ਇਹਨਾਂ ਨੇ ਗੁਪਤ ਅੰਗਾਂ ਨੂੰ ਆਖਿਆ। ਕਹਿੰਦੇ ਪੰਜ ਪ੍ਰਧਾਨ ਨੇ, ਜੇ ਇਹਨਾਂ ਦੇ ਵਿੱਚੋਂ ਇੱਕ ਵੀ ਗਲਤ ਰਾਸਤੇ ਵੱਲ ਤੁਰ ਪਿਆ ਨਾ ਤਾਂ ਉਹ ਜਿਹੜੇ ਪੰਜ ਪ੍ਰਵਾਨ ਹੋਏ ਆ ਉਹਨਾਂ ਦੇ ਵਿੱਚ ਜੀਵਨ ਨਹੀਂ ਤੁਰਦਾ। ਜੇ ਅੱਖਾਂ ਦੇਖ ਪਰਾਈਆਂ ਚੰਗੀਆਂ ਵਾਲਾ ਰੂਪ ਨਾ ਉਹਨਾਂ ਨੇ ਬਣਾਇਆ ਤੇ ਫਿਰ ਇਹ ਵਿਸ਼ੇ ਵਿਕਾਰਾਂ ਦੇ ਵਿੱਚ ਨੂੰ ਦੇਖਦੀਆਂ ਰਹੀਆਂ ਤਾਂ ਫਿਰ ਤਾਂ ਅਸੀਂ ਨਰਕਾਂ ਦੇ ਭਾਗੀ ਬਣਾਂਗੇ। ਸਾਨੂੰ ਸਵਰਗਾਂ 'ਚ ਕਿਹਨੇ ਜਾਣ ਦੇਣਾ, ਕਿਹਨੇ ਸੱਚਖੰਡ 'ਚ ਬਣ ਦੇਣਾ? ਜਮ ਲਾਣ ਕੇ ਲੈ ਕੇ ਜਾਣਗੇ ਸਾਨੂੰ। ਇਸ ਕਰਕੇ ਇਹ ਪੰਜ ਜਿਹੜੇ ਨੇ ਇਹ ਪ੍ਰਧਾਨ ਨੇ। ਇਹਨਾਂ ਦੇ ਰਾਹੀਂ ਇਹ ਪੰਜ ਪ੍ਰਮਾਣ ਜਿਹੜੇ ਨੇ, ਪੰਜ ਜਿਹੜੇ ਸਾਡੇ ਇਹ ਸਤ ਸੰਤੋਖ ਦਇਆ ਧਰਮ ਹੈ, ਇਹ ਵੀ ਜਿਹੜਾ ਸਤ ਸੰਤੋਖ ਹੈ ਉਦੋਂ ਪ੍ਰਵਾਨ ਹੋਣਾ ਜਦੋਂ ਇਹ ਗਿਆਨ ਦੇ ਅੰਦਰੇ ਸਹੀ ਰਾਸਤੇ ਤੇ ਤੁਰ ਪਏ। ਤੇ ਪੰਜ ਭਾਰੇ ਦਰਗਹਿ ਮਾਨ, ਇਹ ਗਿਆਨ ਦੇ ਅੰਦਰੇ ਹੀ ਆ ਜਿਹੜੇ ਸਾਨੂੰ ਦਰਗਾਹ ਤੱਕ ਲੈ ਕੇ ਜਾਂਦੇ ਆ ਤੇ ਉੱਥੇ ਸਾਨੂੰ ਮਾਣ ਪ੍ਰਾਪਤ ਹੁੰਦਾ। ਤੇ ਪੰਜ ਸੋਹ ਹੈ ਦਰ ਅਜ਼ਾਨ, ਉਹ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਸੇਵਾ, ਸਿਮਰਨ, ਸਤ ਸੰਤੋਖ ਤੇ ਸਹਿਜ ਅਵਸਥਾ ਵਾਲੇ ਜਿਹੜੇ ਸਾਡੇ ਪੰਜ ਗੁਣ ਨੇ ਉਹੀ ਉਸ ਨੂੰ ਚੰਗੇ ਲੱਗਦੇ ਨੇ, ਉਹੀ ਉਸ ਨੂੰ ਪ੍ਰਵਾਨ ਨੇ, ਉਹੀ ਉਹਦੇ ਦਰ ਦੇ ਉੱਤੇ ਸ਼ੋਭਾ ਪਾਉਂਦੇ ਨੇ। ਪੰਚਾਂ ਕਾ ਗੁਰ ਏਕ ਧਿਆਨ, ਇਹ ਜਿਹੜੇ ਪੰਜ ਨੇ ਇਹਨਾਂ ਦਾ ਜਿਹੜਾ ਹੈ ਵੱਖਰੇ ਪੰਜ ਗਿਆਨ ਇੰਦਰੇ, ਪਰ ਇਹਨਾਂ ਦਾ ਧਿਆਨ ਇੱਕ ਅਕਾਲ ਪੁਰਖ ਦੇ ਨਾਲ ਜੁੜਿਆ ਹੋਇਆ। ਇੱਕ ਉਹ ਵਾਹਿਗੁਰੂ ਹੀ ਹਰ ਪਾਸੇ ਦਿਸੇ। ਅੱਖਾਂ ਦੇਖਣ ਜਿਸ ਚੀਜ਼ ਨੂੰ ਵੀ ਉਹਦੇ ਵਿੱਚੋਂ ਉਹਨਾਂ ਨੂੰ ਵਾਹਿਗੁਰੂ ਉਹ ਅਕਾਲ ਪੁਰਖ ਦਾ ਰੂਪ ਦਿਸੇ। ਕੰਨ ਨਿੰਦਿਆ ਚੁਗਲੀ ਤੋਂ ਦੂਰ ਹੋ ਕੇ ਜੋ ਵੀ ਬਚਨ ਸੁਣ ਉਹਦੇ ਵਿੱਚ ਵੀ ਪ੍ਰਮਾਤਮਾ ਦੀ ਉਸਤਤ ਹੋਵੇ। ਰਸਨਾ ਜੋ ਵੀ ਬਚਨ ਬੋਲੇ ਉਹ ਪ੍ਰੇਮ ਦੇ ਹੋਣ, ਜਿਹੜੇ ਦੂਸਰਿਆਂ ਨੂੰ ਨਿਰੰਕਾਰ ਦੇ ਨਾਲ ਜੋੜ ਸਕਣ। ਇਹ ਜਿਹੜੀਆਂ ਸਾਡੀਆਂ ਨਾਸਕਾਂ ਨੇ, ਨੱਕ ਹੈ, ਇਹ ਵੀ ਐਸਾ ਸੰਗਤੀਆਂ ਵੱਲੋਂ ਨਾ ਤੁਰ ਪੈਣ ਜਿਹੜੇ ਸਾਡੇ ਅੰਦਰ ਵਿਕਾਰਾਂ ਨੂੰ ਜਨਮ ਦੇਣ। ਇਹ ਵੀ ਉਹ ਐਸੀ ਸੁਗੰਧੀ ਲੈਣ, ਉਹ ਸੁਗੰਧੀ ਰਾਹੀਂ ਜਾਣੀ ਕਿ ਜਿੱਦਾਂ ਹੁਣ ਇੱਕ ਫੁੱਲ ਹੈ ਉਹਦੀ ਕਿੰਨੀ ਸੋਹਣੀ ਖੁਸ਼ਬੂ ਤੇ ਸਾਡਾ ਮਨ ਕਹੇ ਵਾਹ ਮੇਰੇ ਮਾਲਕਾ, ਤਾਂ ਕਿੰਨੀ ਪਿਆਰੀ ਖੁਸ਼ਬੂ ਇੱਕ ਫੁੱਲ ਦੇ ਵਿੱਚ ਹੀ ਭਰ ਦਿੱਤੀ। ਇਹ ਇਸ ਤਰ੍ਹਾਂ ਤੇ ਜਿਹੜੇ ਸਾਡੇ ਗੁਪਤ ਅੰਗ ਨੇ ਉਹਨਾਂ ਨੂੰ ਅਸੀਂ ਸਹੀ ਇਸਤੇਮਾਲ ਕਰਾਂਗੇ। ਜੀਵਨ ਚੱਲਦਾ ਹੀ ਇਸੇ ਤਰ੍ਹਾਂ ਹੈ। ਇਹ ਸੰਸਾਰ ਦੀ ਪ੍ਰਕਿਰਤੀ ਏਦਾਂ ਹੈ। ਮਾਲਕ ਨੇ ਆਖ ਹੀ ਦਿੱਤਾ ਨਾ, ਮਾਤ ਪਿਤਾ ਬਿਨ ਬਾਲ ਨਾ ਹੋਈ ਹੈ। ਇਹ ਜਿਹੜੇ ਪੰਜ ਨੇ। ਹੁਣ ਇੱਕ ਮੈਂ ਹੋਰ
1 ਮਿੰਟ ਦੇ ਵਿੱਚ ਹੋਰ ਇਹਦੇ ਅਰਥ ਕਰਨੇ ਚਾਹੁੰਦਾ ਹਾਂ ਕਿ ਪੰਜ ਪ੍ਰਵਾਨ, 5 ਚੀਜ਼ਾਂ ਅਕਾਲ ਪੁਰਖ ਨਿਰੰਕਾਰ ਨੂੰ ਪ੍ਰਵਾਨ ਹੋਈਆਂ, ਜਿਹੜੀਆਂ ਕਿ 3 ਦੇਵਤੇ ਨੇ, ਜਿਨ੍ਹਾਂ ਬਾਰੇ ਸਿੱਧਾ ਨੇ ਕਿਹਾ ਸੀ ਵੀ ਅਸੀਂ ਇਹਨਾਂ ਤਿੰਨਾਂ ਦੀ ਹੀ ਬੰਦਗੀ ਕਰਦੇ ਹਾਂ। ਨਿਰੰਕਾਰ ਨੇ ਮੋਰੇ ਏਕਾ ਲਾਤਾ ਵੀ ਇਹਨਾਂ ਦਾ ਵੀ ਕਰਤਾ ਕੋਈ ਹੋਰ ਹੈ, ਉਹ ਅਕਾਲ ਪੁਰਖ ਹੈ। ਬ੍ਰਹਮਾ, ਵਿਸ਼ਨੂੰ ਤੇ ਸ਼ਿਵ। ਹੁਣ ਬ੍ਰਹਮਾ ਨੂੰ ਮਹਾਰਾਜ ਨੇ 5 ਤਾਕਤਾਂ ਦਿੱਤੀਆਂ ਵੀ ਆਹ ਲੈ ਭਾਈ 5 ਚੀਜ਼ਾਂ, ਇਹਨਾਂ ਦੇ ਨਾਲ ਤੂੰ ਸਾਰੇ ਸੰਸਾਰ ਦੀ ਬਣਤਰ ਬਣਾਉਣੀ ਆ। ਉਹ 5 ਨੇ ਜਿਨ੍ਹਾਂ ਨੂੰ ਅਸੀਂ 5 ਤੱਤ ਕਹਿ ਦਿੰਦੇ ਹਾਂ। ਹਵਾ, ਪਾਣੀ, ਅੱਗ, ਮਿੱਟੀ ਤੇ ਆਕਾਸ਼। ਇਹ 5 ਚੀਜ਼ਾਂ ਇਹ ਅਕਾਲ ਪੁਰਖ ਨੇ ਪ੍ਰਵਾਨ ਕਰਕੇ ਬ੍ਰਹਮਾ ਨੂੰ ਦੇ ਦਿੱਤੀਆਂ ਵੀ ਲੈ ਭਾਈ ਬ੍ਰਹਮਾ, ਤੂੰ ਜਿਹੜੀ ਚਾਕਰੀ ਕਾਂਡਿਆ ਮੇਰੀ, ਤੂੰ ਸੰਸਾਰ ਦੀ ਪ੍ਰਕਿਰਤੀ ਤਾਂ ਸੰਸਾਰ ਨੂੰ ਬਣਾਉਣਾ, ਇਹ 5 ਚੀਜ਼ਾਂ ਨਾਲ ਹੀ ਬਣਨਾ। ਇੱਕ ਵੀ ਤੱਤ ਘੱਟ ਨਾ ਰੱਖੀ, ਤੇ ਇੱਕ ਤੱਤ ਹੋਰ ਵੀ ਨਹੀਂ ਤੇਰੇ ਕੋਲ, ਤੇਰੇ ਵਿੱਚ ਹਿੰਮਤ ਨਹੀਂ ਵੀ ਤੂੰ ਸੇਵਾ ਕਰੇ, ਤੇਰੇ ਕੋਲ ਨਹੀਂ ਹੋਣਾ। ਇਹ 5 ਚੀਜ਼ਾਂ ਪ੍ਰਵਾਨ ਹੋਈਆਂ ਤੇ ਬ੍ਰਹਮਾ ਨੂੰ ਸਤਿਗੁਰ ਨੇ 5 ਤਾਕਤਾਂ ਦਿੱਤੀਆਂ। 5 ਪ੍ਰਧਾਨ। ਹੁਣ 5 ਪ੍ਰਧਾਨ ਇੱਥੇ ਕਿਹੜੇ ਬਣਾਉਣੇ ਨੇ, ਕਿਹੜੇ ਗੁਰੂ ਜੀ ਸਾਨੂੰ ਭਾਵਨਾ ਦੇ ਨਾਲ ਸਮਝਾਉਂਦੇ ਨੇ। ਕਹਿੰਦੇ ਜਿਹੜਾ ਸ਼ਿਵ ਹੈ, ਸ਼ਿਵ ਦੀ ਡਿਊਟੀ ਆ ਵੀ ਉਸ ਨੇ ਸੰਸਾਰ ਦਾ ਸੰਘਾਰ ਕਰਨਾ, ਮੌਤ ਦੇਣ ਦਾ ਫਰਿਸ਼ਤਾ ਆਪ ਬਣ ਕੇ ਆਉਂਦਾ ਹੈ। ਪਰ ਜੇ ਸਾਰੇ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੋ ਜਾਵਣ ਤੇ ਫਿਰ ਨਾ ਕੋਈ ਜੰਮਣ ਚ ਆਵੇ, ਨਾ ਕੋਈ ਮਰਨ ਦੇ ਵਿੱਚ ਆਵੇ, ਤੇ ਸ਼ਿਵ ਜੀ ਤਾਂ ਵਿਹਲੇ ਤੁਰਨਗੇ, ਡੋਰੂ ਵਜਾਉਂਦੇ ਖੜਕਦੇ ਰਹਿ ਜਾਣਗੇ, ਪਿਆ ਨਹੀਂ ਡੋਰੂ ਖੜਕਾਈ ਜਾਣਗੇ, ਹੋਰ ਤਾਂ ਕੋਈ ਕੰਮ ਨਾ ਹੋਣਾ। ਪਰ ਉਹ ਹੁਣ 5 ਚੀਜ਼ਾਂ ਗੁਰੂ ਨੇ ਉਹਨੂੰ ਵੀ ਦੇ ਦਿੱਤੀਆਂ। ਕਹਿੰਦੇ ਆਹ ਲੈ 5 ਚੀਜ਼ਾਂ, ਇਹ ਹਰ ਦੇਹ ਦੇ ਵਿੱਚ ਜਿਹੜੀ ਬ੍ਰਹਮਾ ਨੇ ਸਰੀਰ ਬਣਾਉਣਾ ਉਹਦੇ ਵਿੱਚ ਭਰ ਦੇਈ। ਤੇ ਜਿਹੜਾ ਤਾਂ ਕੋਈ ਸੁਚੇਤ ਹੋਊਗਾ ਇਹਨਾਂ 5 ਤੋਂ ਬਚ ਕੇ ਆ ਜਾਊਗਾ, ਉਹ ਮੇਰੇ ਦਰ ਤੇ ਪ੍ਰਵਾਨ ਹੋ ਜਾਊਗਾ। ਨਹੀਂ ਤਾਂ ਫਿਰ ਜਨਮ ਮਰਨ ਦੇ ਚੱਕਰ ਦੇ ਵਿੱਚ ਫਿਰ ਪਿਆ ਰਹੇਗਾ, ਆਵੇਗਾ ਜਾਵੇਗਾ। ਉਹ 5 ਇਸ ਦੇ ਹੀ ਮੈਂ 5 ਚੋਰ ਵਸ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਅੰਮ੍ਰਿਤ ਲੁੱਟੇ ਮਨ ਮੁਖ ਨਾ ਬੂਝੇ, ਕੋ ਨਾ ਸੁਣੇ ਪੁਕਾਰਾ। ਜਿਹੜਾ ਅੰਮ੍ਰਿਤ ਦਾ ਕੁੰਡ ਅੰਦਰ ਨਿਰੰਕਾਰ ਨੇ ਰੱਖਿਆ ਹੋਇਆ ਹੈ, ਉਸ ਨੂੰ ਇਹ 5 ਲੁੱਟੀ ਜਾ ਰਹੇ ਨੇ। ਤੇ ਜਿਹੜੀ ਮਾਰ ਸਾਨੂੰ ਅੰਦਰ ਪੈਂਦੀ ਉਹਦੇ ਪੁਕਾਰ ਵੀ ਕੋਈ ਨਹੀਂ ਸੁਣਦਾ। ਇਹ 5 ਪ੍ਰਧਾਨ ਬਣਾਤੇ ਮਹਾਰਾਜ ਨੇ, ਇਹ 5 ਚੀਜ਼ਾਂ ਦੇ ਦਿੱਤੀਆਂ ਸ਼ਿਵ ਨੂੰ। ਤੇ ਪੰਚੇ ਪਾਵੇ ਦਰਗਾਹ ਮਾਨ। ਕਹਿੰਦੇ ਵੀ ਉਹ ਜਿਹੜੇ ਗਿਆਨ ਦੇ ਅੰਦਰੇ ਆ, ਉਹ ਦੇ ਦਿੱਤੇ ਅਕਾਲ ਪੁਰਖ ਨੇ ਵਿਸ਼ਨੂੰ ਨੂੰ ਵੀ ਆਹ 5 ਚੀਜ਼ਾਂ ਤੈਂ ਵੀ ਇਸ ਪੁੱਤਰੇ ਨੂੰ ਦੇਣੀਆਂ, ਵੀ ਇਹ 5 ਦੇ ਰਾਹੀਂ ਉਹ ਦਰਗਾਹ ਦੇ ਵਿੱਚ ਮਾਣ ਪ੍ਰਾਪਤ ਕਰ ਸਕਦਾ। ਸੇਵਾ, ਸਿਮਰਨ, ਸਤ, ਸੰਤੋਖ ਤੇ ਸਹਿਜ ਅਵਸਥਾ, ਜਿਹੜੇ ਹਉਮੈ ਨੂੰ ਖਤਮ ਕਰਦੀਆਂ ਨੇ, ਨਿਰੰਕਾਰ ਤੇ ਦਰ ਤੇ ਲੈ ਕੇ ਜਾਂਦੀਆਂ ਨੇ। ਕਹਿੰਦੇ ਇਹ 5 ਚੀਜ਼ਾਂ ਦਿੱਤੀਆਂ ਉਹਨਾਂ ਨੇ ਵਿਸ਼ਨੂੰ ਨੂੰ। ਕਹਿੰਦੇ ਜਿੱਥੇ ਤੂੰ ਹੋਰ ਸਾਰਾ ਕੁਝ ਖਾਣ ਪੀਣ ਦਾ ਸਮਾਨ ਦੇ ਰਿਹਾ, ਜਿੱਥੇ ਤੂੰ ਅੱਗ ਪਾਣੀ ਹਵਾ ਦੇ ਰਿਹਾ, ਕਹਿੰਦੇ ਉੱਥੇ ਇਹ 5 ਚੀਜ਼ਾਂ ਵੀ ਇਹ ਮਿੱਟੀ ਦੇ ਪੁਤਲੇ ਨੂੰ ਦੇ ਦੇਈਂ ਤੇ ਇਹ ਦਰਗਾਹ ਦੇ ਵਿੱਚ ਮਾਣ ਪ੍ਰਾਪਤ ਕਰੇਗਾ। ਤੇ 5 ਸੋਹੇ ਦਰਜ਼ਾਨ। ਕਹਿੰਦੇ ਇਹ ਸੇਵਾ, ਸਿਮਰਨ, ਸਤ, ਸੰਤੋਖ, ਸਹਿਜ ਹੀ ਉਹਦੇ ਦਰ ਦੇ ਪ੍ਰਵਾਨ ਹੁੰਦੀਆਂ ਤੇ ਦਰ ਦੇ ਉਹਨਾਂ ਦੇ ਰਾਹੀਂ ਹੀ ਉਹਦੇ ਅਕਾਲ ਪੁਰਖ ਦੇ ਦਰ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ, ਜੋ ਜੀਵ ਇਹ ਜੀਵਨ ਦੀ ਬਾਜੀ ਜਿੱਤ ਕੇ ਜਾਂਦਾ, ਉਹਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਵਡਿਆਈਆਂ ਦਿੰਦੇ ਨੇ। 5 ਕਾ ਗੁਰ ਇੱਕ ਧਿਆਨ। ਕਹਿੰਦੇ ਇਹ 5 ਸਾਰੇ ਜਿਹੜੇ ਨੇ ਇਹ ਅਕਾਲ ਪੁਰਖ ਨਿਰੰਕਾਰ ਦੇ ਨਾਲ ਜੁੜੇ ਹੋਣੇ ਚਾਹੀਦੇ ਨੇ, ਨਿਰੰਕਾਰ ਦੇ ਨਾਲ ਜੁੜੇ ਹੋਏ ਨੇ। ਇਹ ਜਿਹੜੇ ਅਰਥ ਨੇ ਇਹ ਭਾਵਨਾ ਵਾਲੇ ਸਨ। ਸੋ ਇਸ ਕਾਰਨ ਕਰਕੇ ਇਹ 5 ਦਾ ਜਿਹੜਾ ਹੈ, ਜਿਹੜਾ ਆਪ ਜੀ ਨੂੰ ਚੰਗਾ ਲੱਗਿਆ, ਆਪ ਜੀ ਨੇ ਉਸ ਨੂੰ ਸਵੀਕਾਰ ਕਰ ਲੈਣਾ, ਵਾਕਿਆ ਨੂੰ ਮੇਰੀ ਝੋਲੀ ਦੇ ਵਿੱਚ ਹੀ ਪਾ ਦੇਣਾ ਤੇ ਮੇਰੀਆਂ ਭੁੱਲਾਂ ਦੀ ਮੈਨੂੰ ਮਾਫੀ ਦੇ ਦੇਣੀ। ਜੇ ਕੋ ਕਹੇ ਕਰੇ ਵਿਚਾਰ। ਕਹਿੰਦੇ ਉਹੀ ਇਹਨਾਂ ਦਾ ਗਿਆਨ ਵਿਚਾਰ ਕਰ ਸਕਦਾ ਜਿਹਦੀ ਸਮਤ ਇਸ ਤਰ੍ਹਾਂ ਦੀ ਬਣ ਗਈ, ਜਿਨ੍ਹਾਂ ਨੂੰ ਇਹ ਪਤਾ ਲੱਗਿਆ ਵੀ ਕਿਹੜੇ ਉਹ ਜਗ੍ਹਾ ਦੇ ਉੱਤੇ ਪ੍ਰਵਾਨ ਹੋਣੇ ਨੇ ਅਕਾਲ ਪੁਰਖ ਦੇ। ਜੇ ਕੋ ਪੁੱਜਿਆ ਹੋਵੇ ਸੱਚਾ, ਜਿਸ ਨੂੰ ਗਿਆਨ ਹੋ ਗਿਆ, ਜਿਸ ਨੇ ਇਹ ਸਮਝ ਆ ਗਈ, ਉਹ ਵੀ ਸੰਸਾਰ ਦੇ ਉੱਤੇ ਜੀਵਨ ਬਾਜੀ ਜਿੱਤ ਜਾਂਦਾ। ਉਹਦੀ ਫਿਰ ਵਡਿਆਈ ਸੱਚਾ ਆਚਰਣ ਵਾਲਾ ਜੀਵ ਇੱਥੇ ਬਣ ਜਾਂਦਾ ਹੈ। ਧਬਲੇ ਉੱਪਰ ਕੀਤਾ ਭਾਰ। ਹੁਣ ਮਹਾਰਾਜ ਸੱਚੇ ਪਾਤਸ਼ਾਹ ਸਿੱਧਾ ਨੂੰ ਪੁੱਛਦੇ ਨੇ ਵੀ ਤੁਸੀਂ ਕਹਿੰਦੇ ਹੋ ਵੀ ਇਹ ਜਿਹੜੀ ਧਰਤੀ ਹੈ ਇਹ ਧਬਲੇ ਬੋਲਦ ਦੇ ਸਿੰਘਾਂ ਦੇ ਉੱਤੇ ਟਿਕੀ ਹੋਈ ਹੈ।
ਉਹ ਆਖਣ ਲੱਗੇ ਬਿਲਕੁਲ ਸਹੀ ਗੱਲ ਹੈ। ਤੇ ਕਹਿੰਦੇ ਵੀ ਕਿੰਨਾ ਕੁ ਭਾਰ ਹੈ ਧਰਤੀ ਦਾ ਭਾਈ, ਇਹ ਸਾਨੂੰ ਵੀ ਸਮਝਾ ਦੇਵੋ, ਕਿਉਂਕਿ ਮਹਾਰਾਜ ਉਹਨਾਂ ਦੀ ਵੀ ਪਰਖ ਨਾਲ ਨਾਲ ਕਰੀ ਜਾ ਰਹੇ ਨਾ ਨਿਰੰਕਾਰ ਜੀ। ਤੇ ਕਹਿੰਦੇ ਕਿੰਨਾ ਕੁ ਭਾਰ ਹੈ, ਪਰ ਉਹਨਾਂ ਨੂੰ ਹੁਣ ਕੀ ਪਤਾ ਧਰਤੀ ਦਾ ਭਾਰ ਕਿੰਨਾ ਗਿਆ, ਕਿੰਨਾ ਜਲ ਛਲ ਪਲ ਕਰ ਲੈਂਦੇ ਸਾਰਿਆਂ ਦੇ ਨਾਲ, ਕਿੰਨਾ ਲੋਕਾਂ ਨੂੰ ਠੀਕ ਹੈ ਜਿਹੜੀ ਭੋਲੀ ਜਨਤਾ ਸੀ ਉਹ ਉਹਨਾਂ ਨੂੰ ਤਾਂ ਉਹ ਆਪਣੀਆਂ ਜਿਹੜੀਆਂ ਇਹਨਾਂ ਦੇ ਕੋਲ ਅਨੇਕਾਂ ਤਰ੍ਹਾਂ ਦੇ ਜਲ ਬਲ ਛਲ ਇਹਨਾਂ ਨੇ ਸਿੱਖੇ ਹੋਏ ਸਨ, 9 ਨਦੀਆਂ 18 ਸਿੱਧੀਆਂ ਦੇ ਨਾਲ ਰਿੱਧੀਆਂ ਸਿੱਧੀਆਂ ਨੂੰ ਕਰਕੇ ਉਹਨਾਂ ਨੂੰ ਤਾਂ ਭੋਲਿਆਂ ਨੂੰ ਤਾਂ ਇਹ ਪੰਬੜ ਭੂਸੇ ਦੇ ਵਿੱਚ ਪਾ ਹੀ ਦਿੰਦੇ ਸੀ ਨਾ। ਪਰ ਗੁਰੂ ਨੂੰ ਕੌਣ ਇਹ ਰਾਹ ਤੇ ਤੁਰ ਸਕਦਾ। ਭਾਵੇਂ ਇਹਨਾਂ ਨੇ ਬੜੇ ਜਲ ਛਲ ਕੀਤੇ ਗੁਰੂ ਦੇ ਨਾਲ, ਪਰ ਮਾਲਕ ਸੱਚੇ ਪਾਤਸ਼ਾਹ ਨੇ ਹਰ ਇਹਨਾਂ ਦਾ ਜਿਹੜਾ ਇਹ ਚਤਰਾਈਆਂ ਸੀ ਸਾਰੀਆਂ ਫੇਲ ਕਰ ਦਿੱਤੀਆਂ। ਪਤਾ ਹੀ ਆ ਨਾ ਵੀ ਜਦੋਂ ਸਤਿਗੁਰ ਜੀ ਉੱਤੇ ਗਏ ਤੇ ਇਹਨਾਂ ਨੇ ਸੋਚਿਆ ਵੀ ਇਹਨੂੰ ਲਾਲਚ ਦੇਈਏ, ਇਹ ਜਿਹੜਾ ਬਾਲਾ ਆਇਆ ਇੱਥੇ ਇਹਨੂੰ ਲਾਲਚ ਦੇਈਏ। ਤੇ ਆਖਣ ਲੱਗੇ ਬਾਲੇ ਜਾਓ ਸਾਡੇ ਵਾਸਤੇ ਬਾਹਰੋਂ ਪਾਣੀ ਲੈ ਕੇ ਆਓ। ਸਤਿਗੁਰ ਸੱਚੇ ਪਾਤਸ਼ਾਹ ਨੇ ਨਾ ਨਹੀਂ ਕੀਤੀ, 7 ਵਜੇ ਕਿਹਾ। ਉਹਨਾਂ ਨੇ ਉਹ ਡੋਰੂ ਦੇਤਾ ਤੇ ਬਾਲਟੀ ਕਮੰਡਲ ਦੇਤਾ, ਆਖਣ ਲੱਗੇ ਜਾਓ ਬਾਹਰੋਂ ਸਾਡੇ ਲਈ ਜਲ ਲੈ ਕੇ ਆਓ। ਸਤਿਗੁਰ ਸੱਚੇ ਪਾਤਸ਼ਾਹ ਦੀ ਜਲ ਲੈਣ ਮੰਨ ਗਏ। ਇਹਨਾਂ ਨੇ ਉੱਥੇ ਆਪਣੀਆਂ ਤਾਕਤਾਂ ਦੇ ਨਾਲ ਜਲ ਰੋਕ ਲਿਆ। ਜਿਹੜੇ ਉੱਤੇ ਪੱਥਰ ਸੀ ਉਹਨਾਂ ਨੂੰ ਹੀਰੇ ਮੋਤੀ ਸੋਹਣੇ ਬਣਾਤੇ, ਜਵਾਹਰਾਤ ਬਣਾਤੇ। ਪਰ ਇਹ ਕਹਿੰਦੇ ਵੀ ਇਹ ਜਦ ਜਾਓ ਤੇ ਇਹ ਇਹਨਾਂ ਦੇ ਵਿੱਚ ਫਸ ਜਾਏਗਾ, ਇਹਦੇ ਉੱਤੇ ਮਾਇਆ ਜਿਹੜੀ ਆ ਉਹ ਭਾਰੀ ਹੋ ਜਾਏਗੀ। ਤੇ ਸਤਿਗੁਰ ਗਏ, ਜਾ ਕੇ ਦੇਖਿਆ, ਮੁੜ ਕੇ ਆ ਗਏ ਤਾਂ ਇਹ ਪੁੱਛਣ ਲੱਗੇ ਸਿੱਧ ਵੀ ਤੁਸੀਂ ਜਲ ਨਹੀਂ ਲੈ ਕੇ ਆਏ? ਆਖਣ ਲੱਗੇ ਉੱਥੇ ਜਲ ਹੁੰਦਾ ਤਾਂ ਲੈ ਕੇ ਆਉਂਦੇ, ਐਵੇਂ ਕਹਿੰਦੇ ਉੱਥੇ ਚਮਕ ਜਿਹੇ ਪੱਥਰ ਪਏ ਸੀਗੇ। ਨਾ ਸਾਡਾ ਉਹਨਾਂ ਦੇ ਨਾਲ ਵਾਹ ਵਾਸਤਾ ਤੇ ਨਾ ਹੀ ਅਸੀਂ ਚਾਹੁੰਦੇ ਤੁਹਾਡਾ ਕੋਈ ਵਾਹ ਵਾਸਤਾ ਉਹਨਾਂ ਦੇ ਨਾਲ ਰਹੇ, ਪੱਥਰਾਂ ਤੋਂ ਆਪਾਂ ਕੀ ਲੈਣਾ। ਤਾਂ ਇਹਨਾਂ ਨੇ ਇਸ ਤਰ੍ਹਾਂ ਦੇ ਬੜੇ ਕਾਰਨਾਮੇ ਕੀਤੇ ਗੁਰੂ ਨੂੰ ਆਪਣਾ ਚੇਲਾ ਬਣਾਉਣ ਵਾਸਤੇ, ਪਰ ਸਭ ਫੇਲ ਹੋ ਗਿਆ। ਤੇ ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਦਾ ਹੋਰ ਭਰਮ ਕੱਢਣ ਲੱਗੇ ਨੇ। ਕਹਿੰਦੇ ਨੇ ਤਬਲੇ ਉੱਪਰ ਕੀਤਾ ਭਾਰ, ਜਿਹੜੇ ਧੌਲੇ ਬੋਲਦ ਦੀ ਤੁਸੀਂ ਗੱਲ ਕਰਦੇ ਹੋ, ਕਿਰਪਾ ਕਰੋ ਧਰਤੀ ਦਾ ਜਿਹੜਾ ਭਾਰ ਹੈ ਉਹ ਕਿੰਨਾ ਕੁ ਉਹਦੇ ਸਿੰਘਾਂ ਦੇ ਉੱਤੇ, ਸਾਨੂੰ ਵੀ ਪਤਾ ਲੱਗ ਜਾਵੇ। ਤੇ ਜਦੋਂ ਇਹ ਜਵਾਬ ਨਾ ਦੇ ਸਕੇ ਤੇ ਆਖਣ ਲੱਗੇ, ਇੱਕ ਲਾਈਨ ਪਹਿਲਾਂ ਰਹਿ ਗਈ, ਧੌਲ ਧਰਮ ਦਇਆ ਕਾ ਪੂਤ, ਗੁਸਤਾਖੀ ਮਾਫ, ਧੌਲ ਧਰਮ ਦਇਆ ਕਾ ਪੂਤ। ਜਿਸ ਜੀਵ ਨੂੰ ਇਹ ਗਿਆਨ ਹੋ ਗਿਆ ਤੇ ਉਹ ਕੀ ਕਰਦਾ, ਫਿਰ ਉਹਦੇ ਅੰਦਰ ਦਇਆ ਆ ਜਾਂਦੀ। ਨਿਰੰਕਾਰ ਕਹਿੰਦੇ ਜਿਹਦੇ ਅੰਦਰ ਸਭ ਤੋਂ ਪਹਿਲਾਂ ਦਇਆ ਆ ਗਈ, ਦਇਆ ਕਰਨ ਦੀ ਉਹਦੀ ਆਦਤ ਬਣ ਗਈ, ਪਰ ਦਇਆ ਕਰਕੇ ਆਪਣੀ ਵਡਿਆਈ ਨਾ ਕਰਾਉਣ ਦੀ ਆਦਤ ਬਣ ਗਈ, ਉਹ ਧਰਮੀ ਬਣ ਜਾਂਦਾ। ਤੇ ਉਹ ਧਰਮੀ ਬਣਨ ਦੇ ਨਾਲ ਉਹਨੂੰ ਇਹ ਧੌਲਾ ਜਿਹੜਾ ਹੈ, ਧੌਲਾ ਅਕਾਲ ਪੁਰਖ ਦਾ ਹੁਕਮ ਦੱਸਣਾ ਸ਼ੁਰੂ ਹੋ ਜਾਂਦਾ। ਉਹਦੀ ਰਜ਼ਾ, ਉਹਦੇ ਹੁਕਮ ਦੇ ਵਿੱਚ ਹੁਕਮ ਜਿਹੜਾ ਉਹ ਧੌਲਾ ਉਹ ਦੱਸਣਾ ਸ਼ੁਰੂ ਹੋ ਜਾਂਦਾ। ਤੇ ਸੰਤੋਖ ਥਾਪ ਰੱਖਿਆ ਜਿਨ ਸੂਤ, ਕਹਿੰਦੇ ਆਪਣੇ ਜੀਵਨ ਨੂੰ ਸੰਤੋਖ ਦੇ ਧਾਗੇ ਦੇ ਵਿੱਚ ਪਰੋ ਕੇ ਰੱਖ ਲਿਆ, ਸੰਤੋਖੀ ਬਣ ਗਿਆ। ਮੈਂ ਬੇਨਤੀ ਕੀਤੀ ਵੀ ਸੰਤੋਖੀ ਜਿਹੜਾ ਹੈ, ਸੰਤੋਖੀ ਦਾ ਮਤਲਬ ਹੁੰਦਾ ਇੱਕ ਟਿਕਾ ਦੇ ਵਿੱਚ ਰਹਿਣਾ। ਹੁਣ ਇੱਥੇ ਮੈਂ ਸੰਤੋਖੀ ਦੀ ਛੋਟੀ ਜਿਹੀ ਸਾਖੀ ਆਪ ਨਾਲ ਸਾਂਝੀ ਕਰਾਂ, ਜਿਹਦੇ ਨਾਲ ਹੋਰ ਆਪ ਜੀ ਦਾ ਪ੍ਰੇਮ ਗੁਰੂ ਗ੍ਰੰਥ ਸਾਹਿਬ ਨਿਰੰਕਾਰ ਵਾਹਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਤੇ ਵੱਜੇਗਾ ਵੀ ਸੰਤੋਖੀ ਦਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਮੈਂ ਬੜੀ ਵਾਰ ਬੇਨਤੀ ਕੀਤੀ ਵੀ ਸੰਤੋਖੀ ਦੀ ਕਮਾਈ ਕਰਨੀ ਬਹੁਤ ਮੁਸ਼ਕਿਲ ਹੈ ਭਾਈ। ਸੰਤੋਖੀ ਦੀ ਕਮਾਈ ਬਿਰਲਾ ਹੀ ਸੰਸਾਰ ਦੇ ਉੱਤੇ ਕੋਈ ਕਰਦਾ। ਇੱਕ ਨਗਰ ਸੀ, ਇਦੂ ਨਗਰ ਦੇ ਵਿੱਚ ਗੁਰੂ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਦੇ ਸਿੱਖ ਰਹਿ ਸਨ, ਮੀਆਂ ਬੀਬੀ ਦੋਨੋਂ। ਪਰ ਤੀਜੀ ਇਹਨਾਂ ਦੇ ਵਿੱਚ ਜਿਹੜੀ ਗਰੀਬੀ ਸੀ ਨਾ, ਉਹਨੇ ਵੀ ਪੂਰਾ ਇਦੂ ਘਰ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ। ਉਹ ਵੀ ਆ ਵੱਡਾ ਆਸਣ ਲਾ ਕੇ ਬੈਠੇ ਸੀ, ਉਹ ਵੀ ਉਰੇ ਪਰੇ ਨਹੀਂ ਸੀ ਹੁੰਦੇ। ਪਰ ਇਹ ਨਿਰੰਕਾਰ ਦੇ ਉੱਤੇ ਯਕੀਨ ਰੱਖਣ ਵਾਲੇ ਦੋਨੋਂ ਸਨ, ਬੰਦਗੀ ਦੇ ਵਿੱਚ ਰੰਗੇ ਹੋਏ ਸਨ, ਬੜੀ ਸੁਆਣੀ ਸੱਚੀ ਸੂਝਵਾਨ ਇਸਤਰੀ। ਤੇ ਇਸੇ ਤਰ੍ਹਾਂ ਗੁਰੂ ਦਾ ਸਿੱਖ, ਉਸ ਦਾ ਸਿਰ ਦਾ ਸਾਈਂ। ਇੱਕ ਦਿਨ ਐਸਾ ਆ ਗਿਆ, ਇਹ ਸਦਾ ਅਕਾਲ ਪੁਰਖ ਦੇ ਉੱਤੇ ਯਕੀਨ ਕਰਕੇ ਸਭ ਕੁਛ ਅਕਾਲ ਪੁਰਖ ਦੇ ਵੱਲੋਂ ਜੋ ਮਿਲਿਆ ਸੀ ਇਹ ਵੀ ਦਾਤਾਂ ਨਾਲ ਸ਼ੁਕਰਾਨਾ ਕਰੀ ਜਾਂਦੇ ਹੁੰਦੇ ਸੀ। ਕਦੀ ਕਿਸੇ ਦੇ ਹੋਰਾਂ ਦੇ ਹੱਥਾਂ ਵੱਲੋਂ ਨਹੀਂ ਸੀ ਦੇਖਿਆ ਇਹਨਾਂ ਨੇ। ਕਿਸੇ ਦਰ ਤੇ ਜਾ ਕੇ ਇਹਨਾਂ ਨੇ ਅਲਖ ਨਹੀਂ ਸੀ ਜਗਾਈ ਕਿ ਸਾਨੂੰ ਭਿੱਖਿਆ ਦੇਵੋ, ਨਹੀਂ।
ਇਹ ਉਹਦੇ ਭਾਣੇ ਦੇ ਵਿੱਚ ਰਹਿੰਦੇ ਸਨ ਦੋਨੋਂ ਜਣੇ। ਬਹੁਤ ਔਖੀ ਕਮਾਈ ਆ, ਬੜੀ ਔਖੀ। ਮੈਂ ਜਦੋਂ ਵੀ ਇਹ ਗੱਲ ਕਰਦਾ ਮੇਰੇ ਅੱਖਾਂ 'ਚ ਪਾਣੀ ਆ ਜਾਂਦਾ। ਇਹ ਅਕਾਲ ਪੁਰਖ ਨਿਰੰਕਾਰ ਸਾਨੂੰ ਤਾਂ ਬੜਾ ਕੁਛ ਤੁਸੀਂ ਦਿੱਤਾ, ਪਰ ਸਾਨੂੰ ਇਹ ਕਮਾਈ ਕਰਨ ਦੀ ਜਾਚ ਕਿਉਂ ਨਹੀਂ ਆਈ? ਕਿਉਂ ਨਹੀਂ ਆਈ? ਕਿੰਨੇ ਮਾੜੇ ਕਰਮ ਲਿਖਾ ਕੇ ਅਸੀਂ ਸੰਸਾਰ ਦੇ ਉੱਤੇ ਆਏ ਹਾਂ, ਸਾਨੂੰ ਕਿਉਂ ਨਹੀਂ ਇਹ ਕਮਾਈ ਕਰਨ ਦੀ ਜਾਚ ਆਈ? ਮੈਨੂੰ ਬਹੁਤ ਇਹ ਜਿਹੜੀ ਸਾਖੀ ਤੰਗ ਕਰਦੀ ਫਿਰ। ਪਰ ਇੱਕ ਦਿਨ ਕੀ ਹੋਇਆ, ਘਰ ਦੇ ਵਿੱਚ ਇੱਕ ਵੀ ਦਾਣਾ ਨਹੀਂ। ਤੇ ਜਿਹੜਾ ਇਹ ਨਿਰੰਕਾਰ ਦੀ ਬੰਦਗੀ ਨਾ, ਜਿਹੜਾ ਰੰਗਿਆ ਹੋਇਆ ਸਿੱਖ ਸੀ ਨਾ, ਉਹ ਆਪਣੇ ਘਰ ਵਾਲੇ ਨੂੰ ਕਹਿੰਦਾ, ਭਗਵਾਨ ਨੇ ਉੱਠ, ਦੁਪਹਿਰਾ ਹੋ ਗਿਆ, ਤੰਦੂਰ ਤਪਾ ਦੇ। ਸੁਣੀ ਹੋਏਗੀ ਤੁਸੀਂ ਇਹ ਸਾਖੀ ਪਹਿਲਾਂ ਕਿਤੇ ਨਾ ਕਿਤੇ ਜ਼ਰੂਰ, ਪਰ ਭਾਵਨਾ ਪਾ ਲਈਏ ਇਹਦੇ ਵਿੱਚ, ਥੋੜ੍ਹਾ ਜਿਹਾ ਪ੍ਰੇਮ ਪਾ ਦਈਏ ਆਪਾਂ ਇਹਦੇ ਵਿੱਚ, ਪ੍ਰੇਮ ਦਾ ਪੋਚਾ ਕਰ ਦਈਏ ਦੁਸਾਖੀ ਨੂੰ ਥੋੜ੍ਹਾ ਜਿਹਾ। ਤੇ ਆਖਣ ਲੱਗਾ ਤੰਦੂਰ ਤਪਾ ਦੇ। ਤੇ ਉਹ ਜਿਹੜੀ ਸੱਚੇ ਸੀ ਆਖਣ ਲੱਗੇ, ਸਾਈਂ ਘਰ ਦੇ ਵਿੱਚ ਤਾਂ ਇੱਕ ਵੀ ਦਾਣਾ ਨਹੀਂ ਅੱਜ ਹੈ, ਤੰਦੂਰ ਕਾਹਦੇ ਵਾਸਤੇ ਤਪਾਈਏ? ਆਖਣ ਲੱਗੇ ਤੰਦੂਰ ਤਪਾ, ਜੇ ਆਪਾਂ ਤੰਦੂਰ ਨਾ ਤਪਾਇਆ, ਤੰਦੂਰ ਦੇ ਵਿੱਚੋਂ ਧੂਆਂ ਨਾ ਨਿਕਲਿਆ, ਆਂਢ ਗੁਆਂਢ ਕੀ ਕਹਿਣਗੇ? ਜਿਹੜੇ ਸਾਨੂੰ ਕਹਿੰਦੇ ਨੇ ਵੀ ਇਹ ਸੰਤੋਖੀਆਂ ਦਾ ਘਰ, ਵੀ ਸੰਤੋਖੀਆਂ ਦੇ ਘਰ ਦੇ ਵਿੱਚ ਅੱਜ ਪ੍ਰਸ਼ਾਦਾ ਹੀ ਨਹੀਂ ਬਣਿਆ। ਤੇ ਕਿਤੇ ਏਦਾਂ ਨਾ ਹੋਵੇ ਕੋਈ ਹੋਰ ਲੈ ਕੇ ਆ ਜਾਵੇ, ਅਸੀਂ ਕਿਸੇ ਦੇ ਹੱਥਾਂ ਵੱਲ ਦੇਖਣਾ ਸ਼ੁਰੂ ਕਰ ਦਈਏ। ਅਸੀਂ ਨਿਰੰਕਾਰ ਤੇ ਭਰੋਸਾ ਕਰਕੇ ਬੈਠੇ, ਦੂਸਰਿਆਂ ਤੇ ਨਹੀਂ। ਉਹ ਆਖਣ ਲੱਗੀ, ਸਵਾਣੀ ਸੀ, ਆਖਣ ਲੱਗੀ ਸਾਈਂ ਜੀ 7 ਵਚਨ ਗਈ ਜਾ ਕੇ ਤੰਦੂਰ ਤਪਾਇਆ, ਤੰਦੂਰ ਦੇ ਵਿੱਚੋਂ ਧੂਆਂ ਨਿਕਲਿਆ। ਉਹ ਆਪਣੀ ਜਗ੍ਹਾ ਤੇ ਬੈਠ ਕੇ ਬੰਦਗੀ ਦੇ ਵਿੱਚ ਉਹ ਅਕਾਲ ਪੁਰਖ ਦੇ ਸ਼ੁਕਰਾਨੇ 'ਚ ਜੁੜ ਗਈ। ਸਿੱਖ ਆਪਣੀ ਜਗ੍ਹਾ ਦੇ ਉੱਤੇ ਬੈਠ ਕੇ ਅਕਾਲ ਪੁਰਖ ਦੇ ਸ਼ੁਕਰਾਨੇ ਦੇ ਵਿੱਚ ਜੁੜ ਗਿਆ। ਜਦੋਂ ਇਹ ਦੋਨੋਂ ਜੁੜੇ ਹੋਏ, ਇਹਨੇ ਨੂੰ ਗੁਆਂਢਣ ਆ ਗਈ ਅੱਗ ਲੈਣ ਵਾਸਤੇ। ਪੁਰਾਣੇ ਸਮੇਂ ਦੇ ਵਿੱਚ ਇੱਦਾਂ ਬੀਬੀਆਂ ਆ ਜਾਂਦੀਆਂ ਹੁੰਦੀਆਂ ਸਨ ਵੀ ਫਲਾਣੇ ਦੇ ਘਰ ਦੇ ਵਿੱਚ ਅੱਗ ਮਚਣ ਡਈ, ਚਲੋ ਆਪਾਂ ਵੀ ਉੱਥੋਂ ਥੋੜ੍ਹਾ ਅੱਗ ਲੈ ਆਈਏ ਜਾਂ ਗੋਟਾ ਲੈ ਆਈਏ, ਵੀ ਜਿਹੜਾ ਆਪਣਾ ਸਾਡਾ ਆਪਾਂ ਵੀ ਚੁੱਲ੍ਹਾ ਤਪਾ ਲਈਏ। ਆਣ ਕੇ ਕੀ ਦੇਖਦੀ ਆ ਵੀ ਤੰਦੂਰ ਦੇ ਨਾਲ ਲਾਗੇ ਉਹ ਪਤੀਵਰਤਾ ਇਸਤਰੀ ਆ ਤੇ ਨਾ ਹੀ ਉਹ ਸਿੱਖ ਹੈ। ਤਾਂ ਉੱਚੀ ਉੱਚੀ ਆਵਾਜ਼ਾਂ ਦੇਣ ਲੱਗ ਪਈ, ਭਾਈ ਬਾਹਰ ਆਓ, ਬਾਹਰ ਆਓ। ਜਦੋਂ ਬੀਬੀ ਬਾਹਰ ਆਈ, ਆਖਣ ਲੱਗੀ, ਅੰਮਾ ਕੀ ਗੱਲ ਹੋ ਗਈ? ਕੀ ਹੋ ਗਿਆ, ਤੁਸੀਂ ਸਾਨੂੰ ਆਵਾਜ਼ਾਂ ਮਾਰ ਰਹੇ ਹੋ? ਆਖਣ ਲੱਗੀ, ਜਿਹੜੇ ਪ੍ਰਸ਼ਾਦੇ ਤੂੰ ਤੰਦੂਰ ਦੇ ਵਿੱਚ ਲਾਏ ਨੇ ਉਹ ਤਾਂ ਪੱਕ ਗਏ ਬੇਟਾ, ਇਹਨਾਂ ਨੂੰ ਲਾ ਲਾ। ਇਹ ਨਾ ਹੋਣ ਕਿ ਆਪਣੇ ਆਪ ਲਾ ਕੇ ਅੱਗ ਦੇ ਵਿੱਚ ਝੁਲਸ ਨਾ ਜਾਣ। ਤੋ ਸਵਾਣੀ ਕੀ ਦੇਖਦੀ ਆ, ਜਿਹੜੀ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜੀ ਹੋਈ ਸੀ, ਵੀ ਉੱਥੇ ਸੱਚਮੁੱਚ ਹੀ ਪ੍ਰਸ਼ਾਦੇ ਲੱਗੇ ਹੋਏ ਨੇ। ਉਸ ਨੇ ਪ੍ਰਸ਼ਾਦੇ ਲਾਏ, ਕੋਸ਼ਿਸ਼ ਕਰਦਾ ਮੈਂ ਮਨ ਨੂੰ ਕੰਟਰੋਲ ਕਰਨ ਦੀ। ਉਹ ਪ੍ਰਸ਼ਾਦੇ ਲਾ ਕੇ ਆਪਣੇ ਸਾਈਂ ਦੇ ਕੋਲ ਲੈ ਗਈ, ਆਖਣ ਲੱਗੀ ਪ੍ਰਸ਼ਾਦਾ ਛਕ ਲਓ। ਤੇ ਉਹ ਆਖਣ ਲੱਗਾ, ਭਗਵਾਨ ਨੇ ਤੂੰ ਤਾਂ ਕਹਿੰਦੀ ਸੀ ਘਰ ਦੇ ਵਿੱਚ ਇੱਕ ਦਾਣਾ ਵੀ ਨਹੀਂ ਹੈ, ਇਹ ਪ੍ਰਸ਼ਾਦੋ ਕਿੱਥੋਂ ਆ ਗਏ? ਆਖਣ ਲੱਗੀ, ਜਿਹੜਾ ਜਿਹਦੀ ਬੰਦਗੀ ਦੇ ਵਿੱਚ ਅਸੀਂ ਬੈਠੇ ਹਾਂ, ਜਿਹਦੇ ਸ਼ੁਕਰਾਨੇ ਦੇ ਵਿੱਚ ਬੈਠੇ ਹਾਂ, ਉਹ ਆਇਆ ਪ੍ਰਸ਼ਾਦੇ ਲਾ ਕੇ ਚਲੇ ਗਿਆ। ਉਹ ਆਪਣੇ ਪਿਆਰੇ ਨੂੰ ਭੁੱਖਾ ਨਹੀਂ ਦੇਖ ਸਕਦਾ, ਉਹ ਆਪਣੇ ਪਿਆਰੇ ਨੂੰ ਦੁਖੀ ਨਹੀਂ ਦੇ ਸਕਦਾ। ਇਹ ਠੀਕ ਆ ਕਿ ਸਾਡੀਆਂ ਪਰਖਾਂ ਹੁੰਦੀਆਂ ਨੇ, ਪਰ ਪਰਖਾਂ ਜਿੱਤ ਕੇ ਜਾਣਾ ਆਪਾਂ, ਤਾਂ ਹੀ ਜੀਵਨ ਦੀ ਬਾਜੀ ਨੂੰ ਜਿੱਤਾਂਗੇ। ਜਿੱਦਾਂ ਇਹ ਸੰਤੋਖੀ ਦੀ ਕਮਾਈ ਹੈ, ਕਿਤੇ ਨਿਰੰਕਾਰ ਕਿਰਪਾ ਕਰੇ ਸਾਡਾ ਵੀ ਜੀਵਨ ਜਿਹੜਾ ਨਾ ਇਹਦਾ ਵਰਗਾ ਬਣ ਜਾਵੇ, ਤਾਂ ਫਿਰ ਕੋਈ ਵੀ ਦੁੱਖ ਤਕਲੀਫ, ਕੋਈ ਵੀ ਜਲ ਛਲ ਕਰਕੇ, ਕੋਈ ਵੀ ਜ਼ਬਰ ਕਰਨ ਵਾਲਾ ਸਾਨੂੰ ਦਬਾ ਨਹੀਂ ਸਕੇਗਾ। ਪਰ ਅਸੀਂ ਅਜੇ ਕਮਾਈ ਵੱਲ ਨੂੰ ਤੁਰੇ ਨਹੀਂ। ਪਰ ਕਹਿੰਦੇ ਇਹ ਜਿਹੜੇ ਨੇ, ਜਿਹੜੇ ਵੀ ਉਹਦੀ ਦਰਗਾਹ ਦੇ ਵਿੱਚ ਪੰਚ ਬਣ ਕੇ ਪ੍ਰਮਾਣ ਹੋ ਗਏ, ਕਹਿੰਦੇ ਉਹਨਾਂ ਨੇ ਆਪਣਾ ਜੀਵਨ ਸੰਤੋਖ ਦੇ ਧਾਗੇ ਦੇ ਵਿੱਚ ਪਰੋ ਕੇ ਰੱਖ ਲਿਆ। ਜੇ ਕੁੱਬ 'ਚ ਹੋਵੇ ਸਚਿਆਰ, ਕਹਿੰਦੇ ਵੀ ਜਿਹਨੂੰ ਇਹ ਚੀਜ਼ ਦਾ ਗਿਆਨ ਹੋ ਗਿਆ, ਉਹ ਵੀ ਅਸਲੀ ਇਦੂ ਸੰਸਾਰ ਦੇ ਉੱਤੇ ਸਚਿਆਰ ਹੋਣ ਦੇ ਲਾਇਕ ਹੈ। ਹੁਣ ਗੁਰੂ ਜੀ ਕਹਾਂ ਗੱਲ ਕਰਦੇ ਨੇ, ਕਹਿੰਦੇ ਧਬਲੇ ਉੱਪਰ ਕੀਤਾ ਭਾਰ। ਹੁਣ ਕਹਿੰਦੇ ਸਿੱਧੋ, ਜਿਹੜਾ ਤੁਸੀਂ ਕਹਿੰਦੇ ਵੀ ਧੌਲੇ ਬਲਦ ਦੇ ਸਿੰਘਾਂ ਦੇ ਉੱਤੇ ਭਾਰ ਹੈ, ਧਰਤੀ ਚੱਕੀ ਹੈ, ਕਿੰਨਾ ਕੁ ਭਾਰ ਹੈ? ਉਹ ਕਹਿੰਦੇ ਮਹਾਰਾਜ ਸਾਨੂੰ ਤਾਂ ਕੋਈ ਗਿਆਨ ਨਹੀਂ। ਪਰ ਕਹਿੰਦੇ ਧਰਤੀਆਂ ਤਾਂ ਹੋਰ ਵੀ ਬੇਅੰਤ ਨੇ। ਹੁਣ ਤੁਸੀਂ ਤਾਂ ਇੱਕ ਧਰਤੀ ਉਹਨੇ ਧੌਲੇ ਨੇ ਚੱਕ ਲਈ, ਠੀਕ ਹੈ, ਪਰ ਧਰਤੀਆਂ ਤਾਂ ਹੋਰ ਵੀ ਨੇ। ਧਰਤੀ ਹੋਰ ਪਰੇ ਹੋਰ। ਮੈਂ ਨਿੱਕਾ ਜਗ੍ਹਾ ਤੇ ਬਚਨ ਕੀਤਾ ਵੀ ਸੀ, ਅੱਗੇ ਵੀ ਸ਼ਾਇਦ ਤੁਹਾਡੇ ਨਾਲ ਸਾਂਝਾ ਕੀਤਾ ਹੋਵੇਗਾ,
कि आ थोड़ा हुण समा होया 3-4 साल पहले की गल है, इन्हों ने एक मार्स नूं रॉकेट भेजिया सी, उहदे उत्ते एक इन्होंने कैमरा जिन्होंने टैलीस्कोप लगे हुए सी, उहदा नाम रखिया सी इन्होंने हबर। सुनिया होएगा, जिहड़े इत्थे दे बच्चे जंम पढ़दे उन्होंने इस चीज़ का ज्ञान है। अच्छा, इनू कुछ 3-3.5 साल लगे मार्स तक पहुंचने लई। मार्स एड्डी दूर आ, पता नहीं अरबां खरबां मीलां दूर ने। जदों ये उत्थे पहुंचा, हबर ने फोटो खिच्चियां। वो फोटोआं जिहड़ियां ने जिथे आपां जिहड़े तारे देखदे, इन्हां नूं गैलेक्सी कहा गया है, उन्हां दे गाहां जिहड़ा हनेरा उत्थे दीयां फोटो खिच्चियां उन्होंने। तो जदों फोटो धरती ते आईयां तो उन्होंने एनालाइज किया, इन्हों तारियां तो परे जिथे सानू हनेरा दिसदा उत्थे होर धरतियां लभियां। पर वाह निरंकार मेहरबान, इन्हां धरतियां नूं बनाउण वाला पहले ही आख के चले गया भाई धरती होर परे होर होर। कहंदे धरतियां तो बहुत ने भाई, हुण एक धरती तां ढोले बौलद दे ਸਿੰਘਾਂ ते आ, हुण ढोला बौलद कित्थे खड़ा, वो धरती कित्थे आ? हुण ਉਹਦੇ थले होर होगी, ढोला होऊगा। कहता तिसते भार तले कमण जोड़। बाकी धरतियां दा भार कौन चक्की फिरदा? कौन है जिहड़ा बाकी धरतियां दे भार चकदा? ते जिसले फिर इन्हां नूं इह पता लग्या ते इह थोड़ा जिहा ठमर गया भी गल तां सही आ। तो कहंदे भी इह जिहड़ी धरती है, इह अकाल पुरख दे हुक्म दे विच चल रही है। ये 24 घंटिਆਂ 'ਚ सूरज के आले दुआले घर गेड़ा दिंदी है, तो धरती के आले दुआले चंद्रमा गेड़ा दिंदा। कहते इस करके ये उहदे हुक्म दे विच जिहड़ा धौला बोलदा, ये अकाल पुरख निरंकार वाहिगुरू दा हुक्म है। इस कारण करके जब सतगुरां ने आख्या तो ये हुण टिकाणे आ गया। कहते तिसते भार तले कमण जोर, इन्हां वे भार वो धरतियां दा कौन चक्की फिरदा? जी जात रंगा के नाम, कहते बेअंत तरह के जीव अकाल पुरख ने बनाए। अनेकों तरह दी जातां ने संसार दे उत्ते, अनेकां रंगां दे ते अनेकां नावां दे ने। हुण देख लो, दो पत्ते भी आपस विच तुसीं देखो ना एनालाइज करके, वो भी आपस विच नहीं मिलते। साडे फिंगरप्रिंट हो गया, अखां हो गईयां, नहीं किसे नाल मिलदियां, साडियां निशानियां ना। बनाउण वाला तो करता ही है ना, साडा अकाल पुरख ही है। कहते सारे जिहड़े ने इस तरह के जी जंत जिहड़े ने, जिहड़े वखरे रंगां दे विच ने, वखरे नावां दे नाल ने, ये सारियां दा लेखा अकाल पुरख ने लिखिया होया। सबना लिखिया बड़ी कलम, कहते बड़ी तेज कलम दे नाल जिहड़ी एक सार चल रही है, कहते उहदे नाल ये सारियां दा लेखा लिखिया होया है। पर लेखे नूं जाणदा कोई नहीं, ना कोई लेखे नूं बुझ सकदा। ਇਹ ਉਹ ਲੇਖਾ ਲਿਖ ਜਾਣੇ ਕੋਈ, ਕਹਿੰਦਾ ਉਹ ਹੀ ਜਾਣਦਾ ਜਿਹਨੇ ਲਿਖਿਆ। ਉਹ ਅਕਾਲ ਪੁਰਖ ਨੂੰ ਪਤਾ। ਕੀ ਪਤਾ ਕੱਲ ਨੂੰ ਸਾਡੇ ਨਾਲ ਕੀ ਹੋਣਾ, ਕੋਈ ਪਤਾ ਨਹੀਂ। ਇਹ ਵੀ ਨਹੀਂ ਪਤਾ ਵੀ ਇੱਕ ਸਵਾਸ ਆਉਣਾ ਜਾਂ ਨਹੀਂ ਆਉਣਾ। ਇਸ ਕਾਰਨ ਕਰਕੇ ਹਰ ਸਵਾਸ ਜਿਹੜਾ ਸਾਡਾ ਨਾ, ਉਹ ਅਕਾਲ ਪੁਰਖ ਦੀ ਬੰਦਗੀ ਦੇ ਨਾਲ ਲੱਗੇ। ਕੋਈ ਚਲੇ ਗਿਆ ਫਕੀਰ ਦੇ ਕੋਲ, तो फकीर नूं आखण लगा भी किहड़ा दिन सब तो ज़्यादा खुशियां भरिया होना चाहिए? फकीर कहंदा जीवन का अखीरला दिन, वो सा आनंद खेड़े का तो खुशियां भरिया होना चाहिए। तो पुछण वाला लखा आखदा कि उहदा तां ज्ञान कोई नहीं। तो फकीर आखण लगा हर दिन नूं अखीरला दिन जाण, फिर हर दिन नूं अखीरला दिन जाण। कहंदे ये लेखा सिर्फ वो अकाल पुरख ही लिखे जाणदा। लेखा लिखिया केता होए किस तरह का, किस किहड़े रूप च लिखिया होया, वो निरंकार सच्चे पातशाह ही जानदा है। केता ताण सवालियो रूप। हुण इत्थे निरंकार वो सिद्ध पुछदे ने ते सानू परमात्मा दा ज्ञान देवो। ते कहंदे केता ताण वो अकाल पुरख दा बल, अकाल पुरख दी ताकत नूं कोई नहीं लिख सकदा, कोई नहीं जाण सकदा। ते सवालियो रूप, कहते ਉਹਦੇ रूप रंग ਦਾ भी किसी ਨੂੰ कोई पता नहीं, किसी ਨੂੰ पता नहीं। केती दात जाने कौन कूत, केड़ी दात सतगुर सच्चे पातशाह, केड़ियां केड़ियां दातां केदे केदे सतगुर सच्चे पातशाह ने दे कर्मां दे विच लिख दित्तियां ने। ते जिसले कहंदे ने भी ये जिहड़ियां दातां लिख दित्तियां मालक ने, सच्चे पातशाह ने, कौन ये बारे ज्ञान सानू दे सकता?
ਇਹਦਾ ਲੇਖਾ ਦਾ ਪਸਾਰਾ ਕਿੰਨਾ ਕਿਆ। ਉਹਦੀ ਤਾਂ ਕੁਦਰਤ ਦੁਆਰੇ ਵੀ ਅਸੀਂ ਗਿਆਨ ਨਹੀਂ ਦੇ ਸਕਦੇ। ਉਹਦੀ ਕੀਤੀ ਦਾਤ ਜਾਣੇ ਕੌਣ ਕੂਤ, ਕਹਿੰਦੇ ਉਹਦੀ ਜਿਹੜੀ ਕੁਦਰਤ ਉਹਦੇ ਬਾਰੇ ਵੀ ਕਿਸੇ ਨੂੰ ਗਿਆਨ ਨਹੀਂ, ਉਹਦਾ ਵੀ ਗਿਆਨ ਨਹੀਂ ਦਿੱਤਾ ਜਾ ਸਕਦਾ। ਕੀਤਾ ਬਸਾਓ ਏਕੋ ਕਵਾਓ। ਗਾਹ ਜਾ ਕੇ ਦੱਸਣਗੇ ਨਾ ਵੀ ਜੇ ਇਹਨਾਂ ਦਾ ਜੋਗੀਆਂ ਨੂੰ ਜਾਂ ਹੋਰਾਂ ਨੂੰ ਪਤਾ ਹੁੰਦਾ ਲਿਖ ਦੇਣਾ ਸੀ ਸਤਿਗੁਰਾਂ ਨੇ ਵੀ ਕਿੱਦਾਂ ਸੰਸਾਰ ਬਣਿਆ। ਪਰ ਕਹਿੰਦੇ ਤੇ ਉਹਦੀ ਰਹਿਮਤ ਬਾਰੇ ਲਿਖਿਆ ਜਾਂ ਬੋਲਣਾ ਬਹੁਤ ਨਾ ਮੂੰਹ ਕਹਿਣਾ। ਅਕੱਥ ਨੂੰ ਕੌਣ ਕੱਥ ਸਕਦਾ। ਲੋਕ ਇਹ ਕਹਿੰਦੇ ਜ਼ਰੂਰ ਵੀ ਅਸੀਂ ਅਕੱਥ ਦੀਆਂ ਕਹਾਣੀਆਂ ਕਰਨ ਡਏ ਹਾਂ, ਅਕੱਥ ਨੂੰ ਕਥਣ ਡਏ ਹਾਂ, ਅਕੱਥ ਦਾ ਸਾਨੂੰ ਗਿਆਨ ਹੈ। ਪਰ ਅਕੱਥ ਦਾ ਗਿਆਨ ਅਕੱਥ ਨੂੰ ਹੀ ਹੈ। ਇਹ ਬਾਣੀ ਵੀ ਜਿਹੜੀ ਆ ਬਾਣੀ ਦੇ ਸਹੀ ਅਰਥ ਤੇ ਬਾਣੀ ਦਾ ਕਰਤਾ ਹੀ ਜਿਹੜੀ ਧੁਰ ਕੇ ਬਾਣੀ ਆਈ ਤੈਨੂੰ ਸਗਲੀ ਚਿੰਤ ਮਿਟਾਈ। ਇਹ ਸਤਿਗੁਰ ਸੱਚੇ ਪਾਤਸ਼ਾਹ ਸਾਰੀਆਂ ਚਿੰਤਾ ਤੇ ਰੋਗਾਂ ਦਾ ਦਾਰੂ ਜਿਹੜਾ ਇਹਦੇ ਸਹੀ ਅਰਥ ਉਹ ਅਕਾਲ ਪੁਰਖ ਹੀ ਕਰ ਸਕਦਾ, ਅਕਾਲ ਪੁਰਖ ਹੀ ਕਰ ਸਕਦਾ। ਪਰ ਆਪਣੇ ਜੀਵਨ ਕਾਲ ਦੇ ਵਿੱਚ ਆਪਾਂ ਕੁਝ ਨਾ ਕੁਝ ਹਾਸਲ ਜ਼ਰੂਰ ਕਰ ਲਈਏ। ਤੇ ਆਖਣ ਲੱਗੇ ਕੀਤਾ ਬਸਾਓ ਏਕੋ ਕਵਾਓ। ਕਹਿੰਦੇ ਆ ਜੋ ਕੁਛ ਸਿੱਧੋ ਤੁਸੀਂ ਦੇਖ ਰਹੇ ਹੋ, ਤਿੰਨੇ ਭਵਨ ਦੇਖ ਰਹੇ ਹੋ, ਇਹਦੇ ਵਿੱਚ 84 ਲੱਖ ਜੂਨ ਹੈ। ਇਹ ਸਾਰੀ ਨਿਰੰਕਾਰ ਨੇ ਇੱਕ ਅੱਖ ਝਮਕਣ ਦੇ ਸਮੇਂ ਦੇ ਵਿੱਚ ਤਿਆਰ ਕਰ ਦਿੱਤੀ। ਪਰ ਗਾਂ ਜਾ ਕੇ ਗੁਰੂ ਜੀ ਕਿਰਪਾ ਕਰਨਗੇ, ਸਾਨੂੰ ਦੱਸਣਗੇ ਵੀ 36 ਯੁੱਗ ਮੈਂ ਬੈਠ ਕੇ ਇਸ ਨੂੰ ਤਿਆਰ ਕੀਤਾ। ਤਾਂ ਉੱਥੇ ਵੀ ਆਦ ਜਿਹੜਾ ਹੈ ਆਦ ਸੱਚ ਦੀ ਗੱਲ ਉੱਥੇ ਪ੍ਰਗਟ ਹੋਏਗੀ ਜਾ ਕੇ। ਕਹਿੰਦੇ ਕਰ ਦਿੱਤਾ। ਹੁਣ ਧਰਤੀਆਂ ਤਾਂ ਬਹੁਤ ਬੇਅੰਤ ਨੇ। ਕਹਿੰਦੇ ਹੁਣ ਇੱਕੋ ਧਰਤੀ ਤੇ ਉੱਤੇ ਦੇਖਿਓ ਸਿੱਧੋ ਤਿਸਤੇ ਹੋਏ ਲੱਖ ਦਰਿਆਓ। ਕਹਿੰਦੇ ਲੱਖਾਂ ਹੀ ਦਰਿਆ, ਨਦੀਆਂ, ਟੋਭੇ ਉਸ ਅਕਾਲ ਪੁਰਖ ਨੇ ਬਣਾ ਦਿੱਤੇ ਇੱਕ ਅੱਖ ਝਮਕਣ ਦੇ ਸਮੇਂ ਦੇ ਵਿੱਚ। ਕੁਦਰਤ ਕਵਣ ਕਹਾ ਵਿਚਾਰ। ਕਹਿੰਦੇ ਮੈਂ ਉਹਦੀ ਕੁਦਰਤ ਦਾ ਵਿਚਾਰ ਕਿੱਥੋਂ ਕਰ ਸਕਦਾ, ਮੇਰੀ ਮੱਤ ਹੀ ਇੰਨੀ ਥੋੜ੍ਹੀ ਹੈ। ਮੈਂ ਤਾਂ ਉਹਦੀ ਇੱਕ ਕੁਦਰਤ ਬਾਰੇ ਇੱਕ ਬਿਆਨ ਵੀ ਨਹੀਂ ਕਰ ਸਕਦਾ, ਇੱਕ ਬਿਆਨ ਵੀ ਨਹੀਂ ਦੇ ਸਕਦਾ, ਇੱਕ ਵਿਚਾਰ ਵੀ ਨਹੀਂ ਕਰ ਸਕਦਾ। ਤੇ ਕਹਿੰਦੇ ਮੈਂ ਇਸ ਤਰ੍ਹਾਂ ਹਾਂ ਵਾਰਿਆ ਨਾ ਜਾਵਾ ਇੱਕ ਵਾਰ। ਮੈਂ ਤਾਂ ਬਿਸਮਾਦ ਰੂਪ ਦੇ ਵਿੱਚ ਜਾ ਕੇ ਨਿਰੰਕਾਰ ਨੂੰ ਕਹਿੰਦਾ ਮੈਂ ਤਾਂ ਤੇਰੇ ਉੱਤੋਂ ਦੀ ਇੱਕ ਵਾਰ ਕੁਰਬਾਨ ਹੋਣ ਦੀ ਵੀ ਮੈਨੂੰ ਜਾਚ ਨਹੀਂ ਹੈ ਜੇ ਤੇਰੀ ਰਹਿਮਤ ਨਾ ਹੋਵੇ। ਜੋ ਤੁਧ ਭਾਵੇ ਸਾਈ ਭਲੀ ਕਾਰ। हे ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਜੀਓ, ਜੋ ਆਪ ਜੀ ਨੂੰ ਪਾਉਂਦਾ ਹੈ ਉਹੀ ਆਪ ਦੀ ਭਲੀ ਕਾਰ ਹੈ। ਉਹੀ ਸਾਰੇ ਸੰਸਾਰ ਨੂੰ ਸੱਤ ਕਰਕੇ ਮੰਨਣੀ ਪੈਂਦੀ ਹੈ ਔਰ ਉਹ ਭਲੀ ਹੈ, ਪਵਿੱਤਰ ਹੈ। ਉਸ ਤੋਂ ਉੱਚੀ ਸੁੱਚੀ ਕਾਰ ਹੋਰ ਕੋਈ ਨਹੀਂ। ਤੂੰ ਸਦਾ ਸਲਾਮਤ ਨਿਰੰਕਾਰ। ਨਿਰੰਕਾਰ ਸੱਚੇ ਪਾਤਸ਼ਾਹ ਜੀ ਤੁਸੀਂ ਸਦਾ ਹੀ ਥਿਰ ਰਹਿਣ ਵਾਲੇ ਹੋ, ਸਦਾ ਸਲਾਮਤ ਹੋ। ਇਸ ਸੰਸਾਰ ਦੇ ਮਾਲਕ ਹੋ, ਪ੍ਰਤਪਾਲਕ ਹੋ, ਇਸ ਸੰਸਾਰ ਦੇ ਕਰਤਾ ਹੋ, ਇਸ ਸੰਸਾਰ ਦੇ ਨੂੰ ਗਿਆਨ ਦੇਣ ਵਾਲੇ ਹੋ, ਇਸ ਸੰਸਾਰ ਨੂੰ ਸੋਝੀ ਦੇਣ ਵਾਲੇ ਹੋ, ਉੱਚੀ ਸੁੱਚੀ ਮੱਤ ਦੇਣ ਵਾਲੇ ਤੁਸੀਂ ਹੀ ਹੋ। ਸੋ ਇਸ ਕਰਕੇ ਮੇਰੀ ਆਪ ਜੀ ਨੂੰ ਬੇਅੰਤ 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 ਵਾਰ ਨਮਸਕਾਰ। ਇਸ ਤੋਂ ਗਾਹਾਂ ਜੋ ਸਤਿਗੁਰ ਕਿਰਪਾ ਕਰਨਗੇ ਉਹ ਸੇਵਾ ਆਪ ਜੀ ਦੀ ਫਿਰ ਕਰਾਂਗੇ। ਹੁਣ ਅੱਜ ਹੀ ਨਹੀਂ ਸੇਵਾ ਪ੍ਰਵਾਨ ਕਰ ਲੈਣੀ। ਅਨੇਕਾਂ ਭੁੱਲਾਂ ਗਲਤੀਆਂ ਜਾਣੇ ਅਣਜਾਣੇ ਦੇ ਵਿੱਚ ਹੋ ਗਈਆਂ ਨੇ। ਗੁਰੂ ਕੀ ਸੰਗਤ ਬਖਸ਼ਣ ਦਾ ਅਕਾਲ ਪੁਰਖ ਨਿਰੰਕਾਰ ਸਦਾ ਹੀ ਬਖਸ਼ਦੇ ਨੇ। ਅਸੀਂ ਖਿਨ ਖਿਨ ਭੁੱਲਣਹਾਰ ਹਾਂ। ਉਹ ਅਕਾਲ ਪੁਰਖ ਸਾਡੇ ਔਗਣਾਂ ਨੂੰ ਕਦੀ ਚਿਤਾਰਦੇ ਨੇ। ਅਰਦਾਸ ਕਰਿਓ ਦਾਸ ਵਾਸਤੇ। ਗੁਰੂ ਕਾਮ ਕ੍ਰੋਧ ਲੋਭ ਹੰਕਾਰ ਤੇ ਵਿਚਾ ਕੇ ਆਪ ਜੀ ਦੇ ਚਰਨਾਂ ਦੀ ਪ੍ਰੀਤੀ, ਆਪ ਜੀ ਦੇ ਚਰਨਾਂ ਦੀ ਖਾਕ ਮਸਤਕ ਨੂੰ ਲਾਉਣ ਦਾ ਸਮਾਂ ਬਖਸ਼ਿਸ਼ ਕਰਦਾ ਹੀ ਰਹੇ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।